पानी ਤੁਹਾਡੇ ਲੱਗੇ ਰੱਖਦੇ ਕੋਈ ਨਹੀਂ ਲੱਗੇ ਪਾਣੀ ਚਲ ਚਲ ਜਾਂਦੇ हेलो थैंक यू धन्यवाद। ਅੱਜ ਦੇ ਇਸ ਪ੍ਰੋਗਰਾਮ ਦੇ ਸਾਰੇ ਆਖਰੀ ਬੁਲਾਰੇ ਨੇ ਉਹ ਆਪਣੀ ਗੱਲ ਕਹਿਣਗੇ। ਇਸ ਤੋਂ ਪਹਿਲਾਂ ਮੈਂ ਗੱਲ ਕਰਨੀ ਚਾਹੁੰਦਾ ਜਿਨ੍ਹਾਂ ਬੱਚਿਆਂ ਨੇ ਅੱਜ ਬਾਬਾ ਸਾਹਿਬ ਦੇ ਜੀਵਨ ਦੇ ਉੱਤੇ ਆਪਣੇ ਵਿਚਾਰ ਰੱਖੇ ਗਏ ਕਵਿਤਾਵਾਂ ਬੋਲੀਆਂ ਨੇ ਉਹ ਕਿਰਪਾ ਕਰਕੇ ਇੱਥੇ ਰੁਕਣਗੇ। ਅੱਜ ਉਹਨਾਂ ਦਾ ਸਨਮਾਨ ਕੀਤਾ ਜਾਣਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਜਿਨ੍ਹਾਂ ਨੇ ਅੱਜ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਜੀਵਨ ਦੇ ਇਸ ਦਿਵਸ ਦੇ ਉੱਤੇ ਸ਼ਮੂਲੀਅਤ ਕੀਤੀ ਹੈ ਉਹਨਾਂ ਨੂੰ ਵੀ ਸਨਮਾਨ ਦਿੱਤਾ ਜਾਣਾ ਹੈ। ਸੋ ਕਿਰਪਾ ਕਰਕੇ ਆਪਣੇ ਸਨਮਾਨ ਜ਼ਰੂਰ ਲੈ ਕੇ ਜਾਣ ਔਰ ਬਾਬਾ ਸਾਹਿਬ ਦੇ ਅੱਜ ਦੇ ਇਸ ਦਿਵਸ ਦੇ ਉੱਤੇ ਲੰਚ ਦਾ ਪ੍ਰੋਗਰਾਮ ਵੀ ਆ ਕਿਰਪਾ ਕਰਕੇ ਤੁਸੀਂ ਲੰਚ ਵੀ ਕਰਕੇ ਜਾਣਾ। ਸੋ ਮੈਂ ਬੇਨਤੀ ਕਰਦਾ ਅੱਜ ਮੁੱਖ ਬੁਲਾਰੇ ਸ੍ਰੀ ਕੇਵਲ ਕਿਸ਼ਨ ਲਾਡੇ ਜੀ ਪ੍ਰਧਾਨ ਅੰਬੇਦਕਰ ਮਿਸ਼ਨ ਗੁਰਦਾਸਪੁਰ ਜੀ ਨੂੰ ਕਿ ਬਾਬਾ ਸਾਹਿਬ ਦੇ ਜੀਵਨ ਦੇ ਬਾਰੇ ਆਗਿਆ ਜੀ ਗੱਲ ਜਿਹੜੀ ਆ ਉਹ ਕਰਨ। ਲਾਡੇ ਜੀ ਬੈ ਬੈ ਭਾਈ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਗੋਦ ਵਿੱਚ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀਓ, ਜੈ ਭੀਮ ਜੈ ਭਾਰਤ, ਜੈ ਭੀਮ ਜੈ ਭਾਰਤ। ਸਾਥੀਓ ਅੱਜ ਅਸੀਂ ਤਿੰਨ ਮਹਾਪੁਰਸ਼ਾਂ ਦਾ ਜਨਮ ਦਿਨ ਜਿਹੜਾ ਇਸ ਇੱਕ ਮੰਚ ਤੋਂ ਮਨਾ ਰਹੇ ਹਾਂ। ਤਿੰਨ ਮਹਾਪੁਰਸ਼ਾਂ ਦਾ ਜਨਮ ਦਿਨ ਅਸੀਂ ਮੰਚ ਤੋਂ ਮਨਾ ਰਹੇ ਹਾਂ ਔਰ ਅੱਜ ਬਾਬਾ ਸਾਹਿਬ ਅੰਬੇਦਕਰ ਦੇ ਜਨਮ ਦਿਨ ਦੇ ਉੱਤੇ ਅੱਜ ਬੇਸ਼ੱਕ ਅਸੀਂ ਸਾਰੇ ਬਹੁਤ ਖੁਸ਼ ਹਾਂ ਪਰ ਨਾਲ ਦੀ ਨਾਲ ਮੇਰੇ ਦਿਮਾਗ ਦੇ ਵਿੱਚ ਅੱਜ ਸਵੇਰ ਤੋਂ ਇੱਕ ਗੱਲ ਆ ਰਹੀ ਸੀ ਕਿ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ, ਉਹ ਚਿੰਤਾ ਦਾ ਵਿਸ਼ਾ ਕੀ ਆ ਕਿ ਅਸੀਂ ਆਪਣਾ ਨਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ ਅਮਰ ਕਰਨ ਜਾ ਰਹੇ ਹਾਂ। ਕਿਉਂ ਅਮਰ ਕਰਨ ਜਾ ਰਹੇ ਹਾਂ? ਅਸੀਂ ਉਹ ਨਕਮੀ ਔਲਾਦ ਹਾਂ ਜਿਨ੍ਹਾਂ ਨੇ 70 ਸਾਲ ਦੇ ਵਿੱਚ ਆਪਣੇ ਪੁਰਖੇ ਦੀ ਕੀਤੀ ਕਮਾਈ ਜਿਹੜੀ ਉਹ ਖਤਮ ਕਰ ਦਿੱਤੀ ਔਰ ਆਪਣੀ ਅਗਲੀ ਪੀੜ੍ਹੀ ਨੂੰ ਗੁਲਾਮ ਕਰਨ ਜਾ ਰਹੇ ਹਾਂ। ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਗੁਲਾਮ ਕਰਨ ਜਾ ਰਹੇ ਹਾਂ। ਅੱਜ ਬਾਬਾ ਸਾਹਿਬ ਅੰਬੇਦਕਰ ਦੇ ਬਾਰੇ ਦੇ ਵਿੱਚ ਨੰਦ ਲਾਲ ਜੀ ਨੇ ਬਹੁਤ ਵਧੀਆ ਗੱਲਾਂ ਕੀਤੀਆਂ। ਉਹ ਉਹਨਾਂ ਦੀ ਪੀੜਾ ਝਲਕ ਰਹੀ ਸੀ ਕਿ ਅਸੀਂ ਜੈਕਾਰੇ ਬਹੁਤ ਲਾ ਰਹੇ ਹਾਂ ਬਾਬਾ ਸਾਹਿਬ ਅੰਬੇਦਕਰ ਦੇ ਨਾਂ ਤੇ। ਔਰ ਇੱਕ ਵੱਡੀ ਹਾਰ ਤੋਂ ਬਾਅਦ ਇਹ ਵੀ ਸੋਚਣ ਦਾ ਵਿਸ਼ਾ ਕਿ ਇੱਕ ਬਹੁਤ ਵੱਡੀ ਹਾਰ ਤੋਂ ਬਾਅਦ ਆ ਜਿਹੜੇ ਮੁੰਡੇ ਡਾਕਟਰ ਅੰਬੇਦਕਰ ਮਿਸ਼ਨ ਦੀ ਟੀਮ ਆ ਇਹ ਜਾਗਰਣ ਦੀ ਗੱਲ ਕਰ ਰਹੀ ਆ। ਮੇਰੇ ਹੱਥ ਦੇ ਵਿੱਚ ਕਾਰਡ ਆ ਔਰ ਜਿਹਦੇ ਬਾਰੇ ਦੇ ਵਿੱਚ ਸ਼ਾਇਦ ਸਵੇਰ ਤੋਂ ਆਪਾਂ ਗੱਲ ਨਹੀਂ ਕੀਤੀ। ਇਹ ਜਾਗਰਤੀ ਸੰਮੇਲਨ ਦੀ ਗੱਲ ਕਰ ਰਹੇ। ਜੇ ਮੈਂ ਆਪਣੇ ਸਮਾਜ ਦੀ ਗੱਲ ਕਰਾਂ ਤਾਂ ਮੇਰੇ ਸਮਾਜ ਨੂੰ ਜਾਗਣ ਦਾ ਬਹੁਤ ਝਾਸਿਆ ਔਰ ਸਦੀਆਂ ਤੋਂ ਮੇਰਾ ਸਮਾਜ ਜਾਗਦਾ ਹੈ ਪਰ ਕਿੱਥੇ ਜਾਗਦਾ ਹੈ ਇਹ ਸੋਚਣ ਦਾ ਵਿਸ਼ਾ ਹੈ। ਕਿੱਥੇ ਜਾਗਦਾ ਹੈ ਇਹ ਸੋਚਣ ਦਾ ਵਿਸ਼ਾ ਹੈ। ਔਰ ਸਵਾਲ ਇਹ ਆ ਕਿ ਅੱਜ ਜੇ ਉਹ ਜਗ੍ਹਾ ਜਾਗਣਾ ਰਾਤ ਅੱਖਾਂ ਖੁੱਲੀਆਂ ਰੱਖ ਕੇ ਜਾਗਣ ਦੀ ਗੱਲ ਕਰ ਰਹੇ ਹਾਂ, ਅੱਖਾਂ ਖੁੱਲੀਆਂ ਰੱਖਣ ਨੂੰ ਜਾਗਣਾ ਕਹਿੰਦੇ ਆ ਤਾਂ ਆ ਜਿਹੜੇ ਮੁੰਡੇ ਬਾਬਾ ਸਾਹਿਬ ਅੰਬੇਦਕਰ ਦੇ ਨਾਂ ਤੇ ਜਾਗਰਤੀ ਸੰਮੇਲਨ ਕਰ ਰਹੇ ਆ ਇਹ ਕਿਸ ਜਾਗਰਤੀ ਦੀ ਗੱਲ ਕਰ ਰਹੇ? ਇਸ ਚੀਜ਼ ਦੇ ਉੱਤੇ ਫੋਕਸ ਕਰਨ ਦੀ ਲੋੜ ਆ। ਇਹ ਕਿਸ ਜਾਗਰਤ ਦੀ ਗੱਲ ਕਰਦੇ? ਕਿਉਂਕਿ ਸਾਰੀ ਰਾਤ ਨਾ ਸੌਣ ਨੂੰ ਜਾਗਣਾ ਨਹੀਂ ਕਹਿੰਦੇ, ਵਿਚਾਰਾਂ ਤੋਂ ਜਾਗਰਤ ਹੋਣ ਦਾ ਨਾਂ ਜਿਹੜਾ ਉਹ ਜਾਗਰਤੀ ਹੈ। ਵਿਚਾਰਾਂ ਤੋਂ ਜਾਗਰਤ ਹੋਣ ਦਾ ਨਾਂ ਜਾਗਰਤੀ ਆ ਰਹੇ ਉਹ ਕੰਮ ਕਰ ਰਹੇ ਨੇ ਜਿਹੜੀ ਗੱਲ ਮੈਂ ਕਲਾਨੌਰ ਦੇ ਵਿੱਚ ਵੀ ਕਹੀ ਸੀ ਕਿ ਕਿਸੇ ਫਿਲਾਸਫਰ ਨੇ ਲਿਖਿਆ, ਕਹਿੰਦਾ ਜੇ ਤੁਸੀਂ ਕੁਝ ਸਮੇਂ ਲਈ ਜਿੰਦਾ ਰਹਿਣਾ ਚਾਹੁੰਦੇ ਹੋ ਤਾਂ ਤੁਸੀਂ ਫੁੱਲਾਂ ਦੇ ਬੀਜ ਆਪਣੇ ਘਰਾਂ ਦੇ ਵਿੱਚ ਲਗਾਓ। ਜੇ ਤੁਸੀਂ ਕੁਝ ਸਮੇਂ ਲਈ ਜਿੰਦਾ ਰਹਿਣਾ ਚਾਹੁੰਦੇ ਹੋ ਤਾਂ ਫੁੱਲਾਂ ਦੇ ਬੀਜ ਆਪਣੇ ਘਰਾਂ ਦੇ ਵਿੱਚ ਲਗਾਓ। ਔਰ ਜੇ ਤੁਸੀਂ ਬਹੁਤ ਸਾਲਾਂ ਤੱਕ ਜਿੰਦਾ ਰਹਿਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਘਰਾਂ ਦੇ ਵਿੱਚ ਦਰਖਤ ਲਗਾਓ। ਔਰ ਜੇ ਤੁਸੀਂ ਸਦਾ ਲਈ ਜਿੰਦਾ ਰਹਿਣਾ ਚਾਹੁੰਦੇ ਹੋ ਤਾਂ ਆਪਣੇ ਸਮਾਜ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਵਿਚਾਰਾਂ ਦੇ ਜਿਹੜੇ ਬੀਜ ਉਹ ਬੀਜਣ ਦੀ ਕੋਸ਼ਿਸ਼ ਕਰੋ। ਵਿਚਾਰਾਂ ਦੇ ਬੀਜ ਬੀਜਣ ਦੀ ਕੋਸ਼ਿਸ਼ ਕਰੋ। ਪਰ ਸਾਥੀਓ ਅੱਜ ਹੋ ਕੀ ਰਿਹਾ? ਅਸੀਂ ਜਾਗਰਤੀ ਦੀ ਗੱਲ ਕਰ ਰਹੇ ਹਾਂ ਕਿ ਅਸੀਂ ਜਾਗਣਾ ਹੈ। ਸਾਡਾ ਸਮਾਜ ਜਿਹੜਾ ਉਹ ਬਹੁਤ ਜਾਗਣ ਦੀ ਗੱਲ ਕਰਦਾ, ਸਾਰੀ ਰਾਤ ਜਾਗਦਾ ਔਰ ਜਾਗਦੇ ਹੋਏ ਉਹ ਕਹਿੰਦਾ ਕੀ ਆ ਬਾਬਾ ਜਾ ਬਾਬਾ ਮੇਰੀ ਪਿੱਠ ਤੇ ਪੰਜਾ ਲਾ ਬਾਬਾ। ਭੈਣੋ ਕਿਆ ਇਹ ਜਾਗਣਾ? ਕਿਆ ਇਹ ਜਾਗਣਾ? ਜੇ ਤੁਸੀਂ ਇਹੋ ਹੀ ਪੰਜੇ ਲਵਾਏ ਹੁੰਦੇ ਤਾਂ ਭਾਰਤ ਦੇਸ਼ ਦੀ ਔਰਤ ਤੁਸੀਂ ਇਸ ਦੇਸ਼ ਦੀ ਪ੍ਰਾਈਮ ਮਿਨਿਸਟਰ ਨਹੀਂ ਸੀ ਬਣ ਸਕਦੀਆਂ, ਤੁਸੀਂ ਇਸ ਦੇਸ਼ ਦੀ ਰਾਸ਼ਟਰਪਤੀ ਨਹੀਂ ਸੀ ਬਣ ਸਕਦੀਆਂ। ਮੈਂ ਭੈਣਾਂ ਨਾਲ ਗੱਲ ਕਰਨਾ ਚਾਹੁੰਦਾ। ਤੁਸੀਂ ਇਸ ਦੇਸ਼ ਦੇ ਵਿੱਚ ਸੀਐਮ ਪੀਐਮ ਨਹੀਂ ਸੀ ਬਣ ਸਕਦੀਆਂ, ਤੁਸੀਂ ਟੀਚਰ ਨਹੀਂ ਸੀ ਬਣ ਸਕਦੀਆਂ। ਵਾਰਿਸ਼ਾਂ ਨੇ ਇੱਕ ਜਗ੍ਹਾ ਲਿਖਿਆ
ਚੂੜੇ ਦਾ ਪੁੱਤ ਨਾ ਕਦੇ ਹੋਏ ਸੈਯਦ ਤੇ ਜੱਟ ਨਾ ਕਰੇ ਦੁਕਾਨ ਮੀਆਂ। ਅੱਜ ਬਾਬਾ ਸਾਹਿਬ ਇਸ ਰਹਿਬਰ ਦਾ ਕ੍ਰਿਸ਼ਮਾ ਕਿ ਅੱਜ ਬਹੁਤ ਸਾਰੀਆਂ ਸੈਯਦ ਸਾਡੀਆਂ ਭੈਣਾਂ ਦੇ ਵਿੱਚੋਂ ਬੈਠੀਆਂ। ਸੈਯਦ ਦਾ ਮਤਲਬ ਹੁੰਦਾ ਟੀਚਰ, ਸੈਯਦ ਦਾ ਮਤਲਬ ਹੁੰਦਾ ਟੀਚਰ। ਪਰ ਸਾਡੀਆਂ ਭੈਣਾਂ ਕੀ ਕਰਦੀਆਂ? ਵਹਿਮਾਂ ਭਰਮਾਂ ਦੇ ਵਿੱਚ ਆਪਣੇ ਆਪ ਨੂੰ ਇਨਵੋਲਵ ਰੱਖਦੀਆਂ, ਵਹਿਮਾਂ ਭਰਮਾਂ ਦੇ ਵਿੱਚ ਆਪਣਾ ਸਾਰਾ ਜੀਵਨ ਜਿਹੜਾ ਉਹ ਲੰਘਾ ਦਿੰਦੀਆਂ। ਬਹੁਤ ਸਾਰੀਆਂ ਗੱਲਾਂ ਆਮ ਗੱਲਾਂ ਨੇ ਘਰਾਂ ਦੇ ਵਿੱਚ, ਲੇਕਿਨ ਤੁਹਾਡੇ ਉਹ ਦਿਮਾਗਾਂ ਦੇ ਵਿੱਚ ਗੱਲਾਂ ਪਾਈਆਂ ਗਈਆਂ। ਜੇ ਕਿਸੇ ਦੇ ਘਰ ਧੀ ਜੰਮ ਜਾਂਦੀ ਆ ਤਾਂ ਕਹਾਣੀਆਂ ਸੁਣਨ ਨੂੰ ਮਿਲਦੀਆਂ। ਜੇਕਰ ਹੋਵੇ ਪੁੱਤ ਵੀ ਨਿਰੰਜਣਾ ਤੇ ਜੇਕਰ ਹੋਵੇ ਪੁੱਤ ਵੀ ਨਿਰੰਜਣਾ ਫਿਰ ਦਾਰੂ ਦੀ ਰੁੱਤ ਵੀ ਨਿਰੰਜਣਾ, ਤੇ ਜੇਕਰ ਹੋਵੇ ਧੀ ਵੀ ਨਿਰੰਜਣਾ ਥੋੜੀ ਦਾਰੂ ਪੀ ਵੀ ਨਿਰੰਜਣਾ। ਇਹ ਦਿਮਾਗ ਤੁਹਾਡੇ ਵਿੱਚ ਗੰਦ ਕਿੱਥੋਂ ਆਇਆ? ਇਹ ਦਿਮਾਗ ਇਸ ਦੇਸ਼ ਦੇ ਮਨੁਵਾਦੀ ਸਿਸਟਮ ਨੇ ਸਾਡੇ ਦਿਮਾਗਾਂ ਦੇ ਵਿੱਚ ਭਰਿਆ ਕਿ ਧੀ ਜਿਹੜੀ ਆ ਉਹ ਮਾੜੀ ਆ ਔਰ ਪੁੱਤਰ ਜਿਹੜਾ ਉਹ ਬਹੁਤ ਚੰਗੀ ਗੱਲ। ਇਸ ਚੀਜ਼ ਤੋਂ ਆਪਾਂ ਜਾਗਰਤ ਕਰਨਾ ਹੈ। ਪਰ ਅੱਜ ਹੋ ਕੀ ਰਿਹਾ? ਸਾਡੀਆਂ ਭੈਣਾਂ ਕੀ ਕਰਦੀਆਂ? ਕਿਸੇ ਪਖੰਡੀ ਦੇ ਦਰਬਾਰ ਦੇ ਉੱਪਰ ਜਾ ਕੇ, ਕਿਸੇ ਅਡੰਬਰ ਕਰਨ ਵਾਲੇ ਲੋਕਾਂ ਦੇ ਦਰਬਾਰ ਦੇ ਉੱਪਰ ਜਾ ਕੇ ਮੱਥੇ ਰਗੜਦੀਆਂ। ਮੈਂ ਭੈਣਾਂ ਤੋਂ ਸਵਾਲ ਪੁੱਛਣਾ ਚਾਹੁੰਦਾ, ਜਿਹੜੇ ਬਾਬੇ, ਜਿਹੜੇ ਸੰਤ, ਜਿਹੜੇ ਭਗਵਾਨ ਇਸ ਦੇਸ਼ ਦੇ ਵਿੱਚ ਆਪਣੇ ਸਮਾਜ ਦੀ ਔਰਤ ਦਾ ਭਲਾ ਨਹੀਂ ਕਰ ਸਕੇ, ਉਹ ਤੁਹਾਡਾ ਭਲਾ ਕੀ ਕਰਨਗੇ? ਉਹ ਤੁਹਾਡਾ ਭਲਾ ਕੀ ਕਰਨਗੇ? ਮੇਰਾ ਸਵਾਲ ਹੈ ਤੁਹਾਨੂੰ। ਮਨੂਵਾਦੀਆਂ ਦੀ ਔਰਤ ਪੜ੍ਹ ਨਹੀਂ ਸੀ ਸਕਦੀ, ਉਹਨੂੰ ਪੜ੍ਹਨ ਦਾ ਅਧਿਕਾਰ ਕਿਹਨੇ ਦਵਾਇਆ? ਸਾਡੇ ਬਾਪ ਨੇ। ਸਾਡੇ ਬਾਪ ਨੇ ਉਹਨੂੰ ਪੜ੍ਹਨ ਦਾ ਅਧਿਕਾਰ ਦਵਾਇਆ। ਉਹ ਦੂਸਰਾ ਵਿਆਹ ਨਹੀਂ ਸੀ ਕਰ ਸਕਦੀ, ਉਹਨੂੰ ਅਧਿਕਾਰ ਕਿਹਨੇ ਦਵਾਇਆ? ਸਾਡੇ ਬਾਪ ਨੇ। ਉਹ ਪ੍ਰਾਪਰਟੀ ਦੇ ਵਿੱਚ ਅਧਿਕਾਰ ਨਹੀਂ ਸੀ ਲੈ ਸਕਦੀ, ਉਹਨੂੰ ਅਧਿਕਾਰ ਕਿਹਨੇ ਦਵਾਇਆ? ਸਾਡੇ ਬਾਬਾ ਸਾਹਿਬ ਅੰਬੇਡਕਰ ਨੇ। ਤਾਂ ਫਿਰ ਭੈਣੋ, ਦੂਸਰਿਆਂ ਦੀ ਚੌਖਟ ਤੇ ਮੱਥੇ ਰਗੜਨ ਦਾ ਮਤਲਬ ਕੀ ਬਣ ਜਾਂਦਾ ਹੈ? ਮਾਨਸਿਕ ਗੁਲਾਮੀ, ਜਿਹਦੀ ਗੱਲ ਸਾਡੇ ਸਾਥੀ ਜਾਗਰਤੀ ਦੀ ਗੱਲ ਕਰ ਰਿਹਾ ਕਿ ਵਿਚਾਰਾਂ ਤੋਂ ਜਾਗਰਤ ਹੋਣ ਦੀ ਲੋੜ ਆ। ਰਾਤ ਪਰ ਢੋਲਕੀ ਕੁੱਟ ਕੇ ਜਾਗਣ ਦਾ ਮਤਲਬ ਜਾਗਰਣ ਨਹੀਂ ਹੈ। ਜਾਗਰਣ ਨਹੀਂ ਆ। ਤੁਸੀਂ ਉਸ ਸਮਾਜ ਦੇ ਵਿੱਚੋਂ ਜੇ ਜਿਸ ਸਮਾਜ ਦੇ ਵਿੱਚ ਪੈਦਾ ਹੋਈ ਮਾਤਾ ਸੁੰਦਰੀ ਬਾਈ ਫੂਲੇ। ਇੱਕ ਛੋਟੀ ਜੀ ਗੱਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਲੇਕਿਨ ਅੱਜ ਦੇ ਸੰਦਰਭ ਦੇ ਵਿੱਚ ਗੱਲ ਕਹਿਣੀ ਬਣਦੀ ਆ, ਕਿਉਂਕਿ ਭਾਈ ਬਹੁਤ ਜ਼ਿਆਦਾ ਪਿੱਛੇ ਫਿਰ ਰਹੇ ਸੀ। ਔਰ ਭੈਣਾਂ ਨੂੰ ਮੈਂ ਸਲੂਟ ਕਰਦਾ ਕਿ ਇਹਨਾਂ ਨੇ ਕੋਈ ਵੀ ਹਰਕਤ ਇੱਧਰ ਉੱਧਰ ਦੀ ਨਹੀਂ ਕੀਤੀ, ਬਿਲਕੁਲ ਸ਼ਾਂਤ ਚਿੱਤ ਹੋ ਕੇ ਸੁਣ ਰਹੀ ਆ। ਮਹਾਤਮਾ ਫੂਲੇ ਜਦ ਆਪਣੇ ਦੋਸਤ ਦੀ ਸ਼ਾਦੀ ਦੇ ਵਿੱਚੋਂ ਬੇਇੱਜ਼ਤ ਹੋ ਕੇ ਆਏ, ਔਰ ਬੇਇੱਜ਼ਤ ਹੋ ਕੇ ਆਉਣ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਲਿਆ। ਤਾਂ ਮਾਤਾ ਸੁੰਦਰੀ ਬਾਈ ਫੂਲੇ ਉਹਨਾਂ ਨੂੰ ਜਾ ਕੇ ਪੁੱਛਦੇ ਨੇ, ਕਹਿੰਦੇ ਸਾਹਿਬ ਕੀ ਗੱਲ ਹੋ ਗਈ, ਤੁਸੀਂ ਘਰ ਤੋਂ ਬਾਹਰ ਨਹੀਂ ਨਿਕਲ ਰਹੇ? ਉਹਨਾਂ ਨੇ ਇੱਕ ਗੱਲ ਕਹੀ, ਕਹਿੰਦੇ ਸਵਿਤਰੀ, ਮੇਰਾ ਜੋ ਅਪਮਾਨ ਹੋਇਆ, ਮੈਂ ਉਸ ਅਪਮਾਨ ਨੂੰ ਭੁੱਲ ਨਹੀਂ ਪਾ ਰਿਹਾ। ਮੈਂ ਉਸ ਅਪਮਾਨ ਨੂੰ ਭੁੱਲ ਨਹੀਂ ਪਾ ਰਿਹਾ, ਮੇਰਾ ਬਾਹਰ ਨਿਕਲਣ ਨੂੰ ਮਨ ਨਹੀਂ ਕਰਦਾ। ਮਾਤਾ ਸੁੰਦਰੀ ਬਾਈ ਨੇ ਇੱਕ ਗੱਲ ਕਹੀ, ਕਹਿੰਦੀ ਸਾਹਿਬ ਜੇ ਤੁਹਾਡਾ ਅਪਮਾਨ ਹੋ ਗਿਆ ਤਾਂ ਤੁਹਾਡਾ ਘਰ ਦੇ ਵਿੱਚੋਂ ਨਿਕਲਣ ਨੂੰ ਬਾਹਰ ਦਿਲ ਨਹੀਂ ਕਰ ਰਿਹਾ। ਉਸ ਸਮਾਜ ਦਾ ਸੋਚੋ ਜਿਸ ਸਮਾਜ ਦਾ ਨਿਤ ਅਪਮਾਨ ਹੋ ਰਿਹਾ, ਜਿਹੜਾ ਸਮਾਜ ਗੱਲ ਦੇ ਵਿੱਚ ਕੁੱਜਾ ਪਿੱਛੇ ਝਾੜੂ ਬੰਨ ਕੇ ਚੱਲਦਾ, ਉਸ ਸਮਾਜ ਦੇ ਹਾਲਾਤਾਂ ਬਾਰੇ ਸੋਚੋ। ਤਾਂ ਸਾਥੀਓ, ਮਹਾਤਮਾ ਫੂਲੇ ਖੜੇ ਹੋਏ ਔਰ ਮਹਾਤਮਾ ਫੂਲੇ ਨੇ ਦੋ ਕੈਟਾਗਰੀਆਂ ਜਿਹਨੂੰ ਧਰਮ ਕਹਿੰਦਾ ਕਿ ਔਰਤ ਵੀ ਸ਼ੂਦਰ ਆ ਔਰ ਦੂਸਰੇ ਜਿਹੜੇ ਸ਼ੂਦਰ ਨੇ, ਮਹਾਤਮਾ ਫੂਲੇ ਨੇ ਕਿਹਾ ਮੈਂ ਇਹਨਾਂ ਦੋਨਾਂ ਨੂੰ ਪੜਾਉਣ ਦਾ ਕੰਮ ਕਰਾਂਗਾ। ਔਰ ਅੱਜ ਬਾਬਾ ਸਾਹਿਬ ਵਰਗੇ ਵਿਦਵਾਨ ਨੂੰ ਇਹ ਗੱਲ ਕਹਿਣੀ ਪਈ ਕਿ ਅਗਰ ਮਹਾਤਮਾ ਫੂਲੇ ਵਰਗਾ ਇਨਸਾਨ ਇਸ ਦੇਸ਼ ਦੇ ਵਿੱਚ ਨਾ ਹੁੰਦਾ ਤਾਂ ਡਾਕਟਰ ਅੰਬੇਡਕਰ ਨਾ ਹੁੰਦਾ। ਔਰ ਦੂਸਰੀ ਗੱਲ ਉਹ ਕਹਿੰਦੇ ਕਾਰਲ ਮਾਰਕਸ ਨੂੰ ਮੈਂ ਭੁੱਲ ਸਕਦਾ ਪਰ ਮੈਂ ਮਹਾਤਮਾ ਫੂਲੇ ਨੂੰ ਨਹੀਂ ਭੁੱਲ ਸਕਦਾ। ਮੈਂ ਮਹਾਤਮਾ ਫੂਲੇ ਨੂੰ ਨਹੀਂ ਭੁੱਲ ਸਕਦਾ। ਤਾਂ ਸਾਥੀਓ, ਭੈਣੋ, ਇਹ ਬਾਬਾ ਸਾਹਿਬ ਅੰਬੇਡਕਰ ਸਾਡੇ ਰਹਿਬਰ ਦਾ ਕ੍ਰਿਸ਼ਮਾ ਹੈ ਕਿ ਬਾਬਾ ਸਾਹਿਬ ਅੰਬੇਡਕਰ ਦੀ ਬਦੌਲਤ ਅੱਜ ਅਸੀਂ ਚੰਗੇ ਕੱਪੜੇ ਪਾ ਕੇ, ਅੱਜ ਚੰਗਾ ਪਹਿਰਾਵਾ ਪਹਿਨ ਕੇ ਅਸੀਂ ਇੱਥੇ ਲੋਕ ਬੈਠੇ ਹਾਂ। ਪਰ ਅੱਜ ਜ਼ਰੂਰਤ ਆ ਕਿ ਸਾਨੂੰ ਸੈਲਫ ਐਨਾਲਿਸਿਸ ਕਰਨ ਦੀ, ਸਮਝਣ ਦੀ ਲੋੜ ਆ, ਕਿਉਂਕਿ ਬਾਬਾ ਸਾਹਿਬ ਅੰਬੇਡਕਰ ਦੀ ਜੈ ਜੈਕਾਰ ਬਹੁਤ ਹੋਗੀ। ਬਾਬਾ ਸਾਹਿਬ ਅੰਬੇਡਕਰ ਦੀ ਜੈ ਜੈਕਾਰ ਬਹੁਤ ਹੋਗੀ। ਹੁਣੇ ਭਾਜੀ ਗੱਲ ਕਰ ਰਹੇ ਸੀ 25 ਸਾਲ ਮੈਂ ਲਗਾ ਦਿੱਤੇ, ਲੇਕਿਨ ਮੇਰੇ ਕੋਲ ਮੈਨੂੰ ਕੋਈ ਸਮਾਜ ਦੇ ਵਿੱਚ ਚੇਂਜ ਨਹੀਂ ਆਈ, ਕੋਈ ਚੇਂਜ ਨਹੀਂ ਆਈ। ਕੀ ਬਾਬਾ ਸਾਹਿਬ ਅੰਬੇਡਕਰ ਦੇ ਕੋਲ ਇੱਕ ਦਿਲ ਨਹੀਂ ਸੀ? ਬਾਬਾ ਸਾਹਿਬ ਅੰਬੇਡਕਰ ਕੋਲ ਵੀ ਸਾਡੇ ਵਰਗਾ ਦਿਲ ਸੀ, ਉਹਨਾਂ ਦੀਆਂ ਵੀ ਫੀਲਿੰਗ ਸੀ, ਉਹਨਾਂ ਦੇ ਵੀ ਬੱਚੇ ਸੀ,
लेकिन साडे विच कुर्बानी करन दा जज्बा नहीं आ। 1935 दे विच जब माता सावित्रीबाई फूले दी माता रमाबाई अंबेडकर दी मौत हुई तो इतिहासकार लिखते हैं कि बाबा साहब अंबेडकर ने अपने आप को 7 दिन के लिए एक कमरे दे विच बंद कर लिया और गेरुआ वस्त्र पहन के इन्ने विजोग दे विच चले गए कि मैं अपने आप संसार जिहड़ा त्याग देना, मैं एक संत की जिंदगी, एक साध की जिंदगी जीआंगा। पर बाबा साहब अंबेडकर के फादर्स बाबा साहब अंबेडकर को कहते साहब जे दुख तकलीफां दे विच जकड़े समाज दियां दुख तकलीफां नूं तुसीं दूर नहीं करोगे तो कौन करेगा। तो बाबा साहब अंबेडकर ने अपना विचार बदलिया, बाबा साहब अंबेडकर ने अपने विचार बदले और बाबा साहब अंबेडकर इस समाज की वागडोर सामभण दे लई बाबा साहब अंबेडकर ने संघर्ष जिहड़ा विढ़िया। और इहदे नाल ही रलदी गल कि बाबा साहब अंबेडकर जब माता रमाबाई अंबेडकर दे जिंदियां बैरिस्टर बन के आए तो बाबा साहब अंबेडकर जब बैरिस्टर बन के आए तो उन्होंने बहुत लंबा कोट पहनया हुआ सी और उन्होंने सिर ते हैट सी। तो जब बाबा साहब अंबेडकर अपने घर दे विच बैठे और माता रमाबाई जब एंटर कर दिया कमरे दे विच तो माता रमाबाई अंबेडकर दे सिर दे उपर एक टोकरी जिहदे विच गोए जिहड़े सी ओह भरे हुए सी और बाबा साहब अंबेडकर कहंदे रामू, बाबा साहब अंबेडकर अपनी पत्नी नूं प्यार नाल रामू कहंदे सी, कहंदे रामू देख मैं साहब बन गया। पर माता रमाबाई अंबेडकर कहंदी साहब जे मैं अपनी मेहनत करके अपना पेट कट के ये गोए इकट्ठे कर करके पैसे तुहानू ना भेजे हुंदे तां शायद अज तुहाडे सिर ते ये हैट ना हुंदा। है कोई कुर्बानी इहो जी तुहाडे समाज इस तो अलावा साडे समाज तो अलावा किते? ਉਹ ਜੋਤੀ ਬਿਲਕੁਲ ਗੱਲ ਸਹੀ ਕਹਿੰਦੀ ਆ ਕਿ ਸਾਡੇ ਨਰਾਤੇ ਸਾਡੀਆਂ ਦੇਵੀਆਂ ਇਹ ਸਾਡੀਆਂ ਦੇਵੀਆਂ ਇਹ ਮਾਤਾ ਰਮਾਬਾਈ, ਮਾਤਾ ਸਾਵਿਤਰੀਬਾਈ, ਮਾਤਾ ਲੋਈ ਇਹ ਸਾਡੀਆਂ ਦੇਵੀਆਂ, ਮਾਤਾ ਕਲਸਾ ਜੀ ਇਹ ਸਾਡੀਆਂ ਦੇਵੀਆਂ ਨੇ ਜਿਨ੍ਹਾਂ ਨੇ ਸਾਡੇ ਸਮਾਜ ਦੇ ਲਈ ਸੰਘਰਸ਼ ਕੀਤਾ, ਸਾਡੇ ਸਮਾਜ ਨੂੰ ਅੱਗੇ ਤੋਰਨ ਦੇ ਲਈ ਜਿਹੜਾ ਆਪਣਾ ਉਹ ਸਰਬੰਸ ਜਿਹੜਾ ਉਭਾਰਿਆ। ਲੇਕਿਨ ਅੱਜ ਸਮਾਜ ਜਿਹੜਾ ਉਹ ਜਿੱਥੇ ਜਿਸ ਜਗ੍ਹਾ ਤੇ ਖੜਾ ਆ ਉਹ ਸਮਾਜ ਕੀ ਕਰ ਰਿਹਾ, ਮਿਸਗਾਈਡ ਹੋ ਰਿਹਾ। समाज अज भी ये देख रहा कि शायद कोई इस देश के विच अनाउंसमेंट होएगी जिदा डॉक्टर साहब ने गल कही कि संविधान खत्म हो चुका पर साडा समाज मूक दर्शक बन के देख रहा, शायद कोई अनाउंसमेंट होनी आ। साथियों मैं बड़ी जिम्मेवारी नाल इस स्टेज तो कहना चाहना कि कोई अनाउंसमेंट नहीं होएगी कि मनुस्मृति जिहड़ी आ लागू कर दी और भारत का संविधान खत्म कर दिता। संविधान उदा का उदा ही रहेगा और डब्बे के रूप में तुहाडे कोल रहेगा, उहदा अंदर का सारा मटीरियल जिहड़ा खत्म कर दिता जाएगा। और ये खत्म हो गया, और ये खत्म हो गया क्योंकि जो मनुस्मृति जे संविधान लागू हुंदा तां मोछ रखण दे तुहाडा कतल ना कीता हुंदा। जे संविधान लागू हुंदा तां तुहाडीਆਂ ਧੀਆਂ ਭੈਣਾਂ ਦੇ रेप करके ਉਹ ਦਰਖਤਾਂ ਦੇ ਨਾਲ ਨਾ ਟੰਗੀਆਂ ਹੁੰਦੀਆਂ। जे संविधान हुंदा तां मनीषा वाल्मीकि रात के 2 बजे ਉਹਦਾ ਸੰਸਕਾਰ ना ਕੀਤਾ। तो इस करके साथियों सानू एक गल बार-बार जिहड़ी आ कही जा रही है, वो गल की कही जा रही है, वो गल कही जा रही है कि धर्म खतरे विच आ। साथियों तुसीं ये गल अपने दिमाग दे विच हमेशा रखो, जब भी ये गल दी अनाउंसमेंट हुंदी है कि धर्म खतरे विच आ, इहदा सीधा मतलब है कि SC ST OBC दी पढ़ाई खतरे दे विच है, SC ST OBC दा आरक्षण खतरे दे विच है और SC ST OBC समाज दी धीआं भैणां दी इज्जत जिहड़ी ओ खतरे दे विच है। धर्म कोई खतरे दे विच नहीं है क्योंकि धर्म दा मतलब जिहड़ा ओ धर्म दा मतलब हुंदा कि धर्म दा मतलब हुंदा एक नियम एक फर्ज। साथियों असीं सारे अपने आप को धार्मिक समझते हैं, असीं सवेरे शाम पूजा पाठ करते हैं, पर क्या इस पुरखे के प्रति इस पुरखे के संघर्ष के प्रति साडा कोई फर्ज है? जे फर्ज है जे असीं धार्मिक हाँ तो अज साडी ड्यूटी ये बनती चाहिए सी कि बाबा साहब अंबेडकर साडे जिंदे जी तेरा संविधान खत्म हो रहा, असीं सिर धड़ दी बाजी लगा देंगे, असीं इस संविधान को खत्म नहीं होने देंगे, इस संविधान को खत्म नहीं होने देंगे। लेकिन असीं की कर रहे हैं, अज बहुत वड्डी असीं हार जिहड़ी आ उहनूं सानूं झल्लणी पई है। वो हार जिहड़ी आ वो साडीआं पीढ़ियां तक साडीआं पीढ़ियां उन्होंने गुलाम कर दित्तियां। किस चीज़ दे नाल? एक सत्ता दे नाल। लेकिन साडे बुजुर्गां ने जिहड़ियां कई साल पहलां गल्लां कहीआं, अज गुरु रविदास भवन च बैठियां भैणां रोज सवेरे शाम कीर्तन करदियां। मैनूं पता भरा बेशक घट होण
और रोज बनदियां ने। कर लो सारे एका बेगमपुरा वसाउणा, किते जगह नहीं लई हुई आपां कि जिथे वसाउणा, इसे जगह ते वसाउणा है, भारत की धरती ते वसाउणा है। और गुरु साहब ने अपनी जिहड़ी उस वेले दी उन्हां दी व्यवस्था सी, जिहदे च बाणी च उन्हां ने लिखिया दर्द देख सबको हसे ऐसी दशा हमारी। और कबीर साहब भी बाणी च लिखदे ने कबीर मेरी जात को सबको हसने हार, साडे ते हसदे आ। मेरा सवाल है तुहानू, क्या अज लोग तुहाडे ने कमेंट करने बंद हो गए? क्या अज लोग तुहाडे ते हसना बंद हो गए? जे नहीं बंद होए तो रहबर ने एक फार्मूला दिता कि ऐसा चाहूं राज में जहां मिले सबन को अन्न। मैं हो जा राज चाहना जिथे सारे नू अन्न मिले। राजपाट पैदा करने के लिए असीं की उपराला कीता? कोई उपराला कीता? कोई उपराला नहीं कीता। असीं राजपाट पैदा करने के लिए, उस राजपाट नू पैदा करने के लिए बाबा साहब अंबेडकर ने साडा काम बहुत आसान किया। वो काम की सी कि बाबा साहब अंबेडकर ने 1930, 31 और 32 ਦੀਆਂ ਗੌਰਮੈਂਟ ਕਾਨਫਰੰਸਾਂ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਨੇ ਸਾਨੂੰ ਵੋਟ ਦਾ ਹੱਕ ਅਧਿਕਾਰ ਲੈ ਕੇ ਦਿੱਤਾ। ਉਹ ਵੋਟ ਦਾ ਅਧਿਕਾਰ ਜਦ ਬਾਬਾ ਸਾਹਿਬ ਅੰਬੇਡਕਰ ਨੇ ਲੈ ਕੇ ਦਿੱਤਾ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਸਮਾਜ ਦੇ ਲੋਕੋ ਆਪਣੇ ਘਰਾਂ ਦੀਆਂ ਕੰਧਾਂ ਤੇ ਲਿਖ ਦਿਓ ਤੁਸੀਂ ਇਸ ਦੇਸ਼ ਦੇ ਹੁਕਮਰਾਨ ਬਣਨਾ ਹੈ, ਤੁਸੀਂ ਇਸ ਦੇਸ਼ ਦੇ ਹੁਕਮਰਾਨ ਬਣਨਾ ਹੈ। ਪਰ ਸਾਥੀਓ ਸੋਚਣ ਵਾਲੀ ਗੱਲ ਹੈ ਕਿ ਤੁਹਾਡਾ ਪੁਰਖਾ ਇਹ ਗੱਲ ਕਹਿ ਰਿਹਾ, ਕਿਹਨਾਂ ਨੂੰ ਕਹਿ ਰਿਹਾ? ਸਾਡੇ ਸਮਾਜ ਨੂੰ। ਜਿਸ ਸਮਾਜ ਦੇ ਕੋਲ ਕੰਧਾਂ ਹੀ ਨਹੀਂ ਹੈਗੀਆਂ ਉਹ ਕਿੱਥੇ ਲਿਖਣਗੇ? ਜਿਸ ਸਮਾਜ ਦੇ ਕੋਲ ਕੰਧਾਂ ਹੀ ਨਹੀਂ ਉਹ ਕਿੱਥੇ ਲਿਖਣਗੇ ਕਿ ਅਸੀਂ ਇਸ ਦੇਸ਼ ਦੇ ਹੁਕਮਰਾਨ ਬਣਨਾ ਹੈ? ਤਾਂ ਸਾਥੀਓ ਕੋਈ ਭਿੱਖ ਮੰਗਾ ਸੀ, ਉਹ ਰਸਤੇ ਦੇ ਵਿੱਚ ਖੜਾ, ਉਹਨੂੰ ਭੁੱਖ ਬਹੁਤ ਲੱਗੀ ਔਰ ਉਹ ਰੋਟੀ ਜਿਹੜੀ ਆ ਹੱਥ ਦੇ ਨਾਲ ਹੀ ਗੈਸਚਰ ਪੋਸਚਰ ਕਰਕੇ ਰੋਟੀ ਖਾ ਰਿਹਾ। ਤਾਂ ਕੋਈ ਲਾਗੇ ਜਾ ਕੇ ਉਹਨੂੰ ਪੁੱਛਦਾ ਹੈ, ਕਹਿੰਦਾ ਕੀ ਕਰ ਰਿਹਾ? ਕਹਿੰਦਾ ਜੀ ਮੈਂ ਰੋਟੀ ਖਾ ਰਿਹਾ। ਕਹਿੰਦਾ ਕਾਹਦੇ ਨਾਲ ਖਾ ਰਿਹਾ? ਕਹਿੰਦਾ ਨਮਕ ਨਾਲ ਖਾ ਰਿਹਾ। ਉਹ ਕਹਿੰਦਾ ਜੇ ਸੁਪਨਾ ਹੀ ਜਾ ਰਿਹਾ ਤਾਂ ਫਿਰ ਚਿਕਨ ਦਾ ਸੁਪਨਾ ਲੈ ਕੇ ਮੈਂ ਮੀਟ ਦੇ ਨਾਲ ਰੋਟੀ ਖਾ ਰਿਹਾ, ਮੈਂ ਬੱਕਰੀ ਨਾਲ ਰੋਟੀ ਖਾ ਰਿਹਾ, ਤੂੰ ਨਮਕ ਦਾ ਸੁਪਨਾ ਕਿਉਂ ਲੈ ਰਿਹਾ? ਤਾਂ ਬਾਬਾ ਸਾਹਿਬ ਅੰਬੇਡਕਰ ਨੇ ਸਾਡੇ ਵਿੱਚ ਰਾਜ ਦੀ ਲਲਕ ਪੈਦਾ ਕਰਨ ਦੇ ਲਈ ਇਹ ਸੁਪਨਾ ਦਿੱਤਾ ਕਿ ਆਪਣੇ ਘਰਾਂ ਦੀਆਂ ਕੰਧਾਂ ਤੇ ਲਿਖ ਦਿਓ ਤੁਸੀਂ ਇਸ ਦੇਸ਼ ਦੇ ਹੁਕਮਰਾਨ ਬਣਨਾ, ਤੁਸੀਂ ਇਸ ਦੇਸ਼ ਦੇ ਹੁਕਮਰਾਨ ਬਣਨਾ। ਪਰ ਸਾਥੀਓ ਅੱਜ ਬਾਬਾ ਸਾਹਿਬ ਅੰਬੇਡਕਰ ਤੋਂ ਜਾਣ ਤੋਂ ਬਾਅਦ ਅੱਜ ਸਾਡੇ ਪਿਛਲੇ ਕੁਝ ਸਮੇਂ ਤੋਂ ਸਾਡਾ ਸਮਾਜ ਇੰਨਾ ਗੁੰਮਰਾਹ ਹੋਇਆ ਕਿ ਸਮਾਜ ਨੇ ਸੀਐਮ ਬਣਾਉਂਦੇ ਡਿਪਟੀ ਸੀਐਮ ਵੀ ਗਵਾ ਲਿਆ। ਸੀਐਮ ਬਣਾਉਂਦੇ ਕਿ ਸਾਡੀ ਜਾਤ ਦਾ ਬੰਦਾ ਉਹਨਾਂ ਨੇ ਸੀਐਮ ਡਿਕਲੇਅਰ ਕਰ ਦਿੱਤਾ, ਅਸੀਂ ਹੁਣ ਉਸ ਪਾਸੇ ਨੂੰ ਭੁਗਤਣਾ। ਔਰ ਭੁਗਤ ਕੇ ਕੀ ਖਮਿਆਜ਼ਾ ਭੁਗਤਣਾ ਪਿਆ ਕਿ ਅੱਜ ਤੁਹਾਡੀ ਬਾਗਡੋਰ ਜਿਹੜੀ ਆ ਉਹ ਕਿਸੇ ਹੋਰ ਦੇ ਹੱਥਾਂ ਦੇ ਵਿੱਚ ਚਲੀ ਗਈ। ਤਾਂ ਸਾਥੀਓ ਬਾਬਾ ਸਾਹਿਬ ਅੰਬੇਡਕਰ ਜਿਨ੍ਹਾਂ ਨੇ ਸਾਨੂੰ ਇਹ ਵੋਟ ਦਾ ਅਧਿਕਾਰ ਲੈ ਕੇ ਦਿੱਤਾ, ਇਹ ਵੋਟ ਦਾ ਅਧਿਕਾਰ ਸਾਨੂੰ ਮੰਗਤੇ ਬਣਨ ਦੇ ਲਈ ਅਧਿਕਾਰ ਨਹੀਂ ਸੀ ਮਿਲਿਆ, ਕਿਉਂਕਿ ਬਾਬਾ ਸਾਹਿਬ ਅੰਬੇਡਕਰ ਦੇ ਨਾਲ ਹੋਰ ਵੀ ਬਹੁਤ ਸਾਰੇ ਮਹਾਪੁਰਸ਼ ਨੇ ਜਿਨ੍ਹਾਂ ਦੀਆਂ ਕੁਰਬਾਨੀਆਂ ਜਿਹੜੀਆਂ ਸਾਨੂੰ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ, ਕਿਉਂਕਿ ਜੇ ਬਾਬਾ ਸਾਹਿਬ ਅੰਬੇਡਕਰ ਜਿਸ ਦਿਨ ਗੌਰਮੈਂਟ ਕਾਨਫਰੰਸ ਦੇ ਵਿੱਚ ਪਹੁੰਚੇ ਨੇ, ਜੇ ਪੰਜਾਬ ਦੀ ਧਰਤੀ ਤੇ ਪੈਦਾ ਹੋਇਆ ਬਾਬੂ ਮੰਗੂ ਰਾਮ ਮੰਗੋਵਾਲੀਆ ਨਾ ਹੁੰਦਾ ਤਾਂ ਸ਼ਾਇਦ ਬਾਬਾ ਸਾਹਿਬ ਅੰਬੇਡਕਰ ਦੀ ਪੋਜੀਸ਼ਨ ਜੋ ਅੱਜ ਹੈ ਉਹ ਨਾ ਹੁੰਦੀ। ਕਿਉਂਕਿ ਗਾਂਧੀ ਨੇ ਪੂਨਾ ਪੈਕਟ ਦੇ ਦੌਰਾਨ ਬਾਬਾ ਸਾਹਿਬ ਅੱਗੇ ਇੱਕ ਕੰਡੀਸ਼ਨ ਰੱਖ ਦਿੱਤੀ ਔਰ ਅੰਗਰੇਜ਼ਾਂ ਦੇ ਸਾਹਮਣੇ ਇੱਕ ਕੰਡੀਸ਼ਨ ਰੱਖ ਦਿੱਤੀ ਕਿ ਮੈਂ ਇਸ ਬਹੁਜਨ ਸਮਾਜ ਦਾ ਲੀਡਰ ਹਾਂ, ਲੇਕਿਨ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਕਿ ਮੈਂ ਇਹਨਾਂ ਦੀ ਨੁਮਾਇੰਦਗੀ ਕਰਦਾ। ਔਰ ਬਾਬੂ ਮੰਗੂ ਰਾਮ ਮੰਗੋਵਾਲੀਆ ਜਿਹੜੇ ਪੰਜਾਬ ਦੇ ਜਨਪਦ ਸੀ, ਉਹਨਾਂ ਨੇ ਸਾਡੇ ਸਮਾਜ ਨੂੰ ਉਤਸ਼ਾਹਿਤ ਕੀਤਾ ਕਿ ਭਾਈ ਅਗਰ ਅੱਜ ਬਾਬਾ ਸਾਹਿਬ ਅੰਬੇਡਕਰ ਜਿਹੜੇ ਆ ਉਹ ਇਸ ਲੜਾਈ ਨੂੰ ਹਾਰ ਗਏ ਤਾਂ ਸਾਡਾ ਸਮਾਜ ਜਿਹੜਾ ਉਹ ਸਦਾ ਦੇ ਲਈ ਗੁਲਾਮੀ ਦੇ ਵਿੱਚ ਚਲਾ ਜਾਏਗਾ। ਔਰ ਬਾਬੂ ਮੰਗੂ ਰਾਮ ਮੰਗੋਵਾਲੀਆ ਦੀ ਗੱਲ ਮੰਨ ਕੇ ਸਾਡੇ ਪੰਜਾਬ ਦੇ ਲੋਕਾਂ ਨੇ ਬਾਬਾ ਸਾਹਿਬ ਅੰਬੇਡਕਰ ਦੇ ਲਈ ਬਹੁਤ ਸਾਰੀਆਂ ਚਿੱਠੀਆਂ ਜਿਹੜੀਆਂ ਅੰਗਰੇਜ਼ ਸਰਕਾਰ ਨੂੰ ਉਸ ਵੇਲੇ ਲਿਖੀਆਂ ਔਰ ਜਿਹਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਦੇ ਆਪੋਜ਼ਿਟ ਖੜੇ ਮਹਾਤਮਾ ਗਾਂਧੀ ਨੂੰ ਸਿਰਫ ਔਰ ਸਿਰਫ 3 ਵੋਟਾਂ ਪਈਆਂ, ਸਿਰਫ ਔਰ ਸਿਰਫ 3 ਵੋਟਾਂ ਪਈਆਂ। ਲੇਕਿਨ ਸਾਥੀਓ ਬਾਬਾ ਸਾਹਿਬ ਅੰਬੇਡਕਰ ਉਸ ਵੇਲੇ ਸਾਡੇ ਲੀਡਰ ਡਿਕਲੇਅਰ ਹੋਏ ਔਰ ਲੀਡਰ ਡਿਕਲੇਅਰ ਹੋਣ ਦੇ ਨਾਲ ਸਾਡੇ ਕੋਲ ਅੱਜ ਉਹ ਐਸ਼ੋ ਆਰਾਮ ਆ, ਜੋ ਕਾਰਾਂ ਨੇ, ਜੋ ਸਾਡੀਆਂ ਜੋ ਕੁਝ ਸਾਨੂੰ ਮਿਲਿਆ ਉਹ ਸਾਡੇ ਕੋਲ ਆਇਆ। ਪਰ ਸਮਝਣ ਦੀ ਲੋੜ ਆ ਸਾਥੀਓ, ਕਿਉਂਕਿ ਇੱਕ ਮੈਂ ਅੰਕੜਾ ਦੇਣ ਲੱਗਾ ਔਰ ਤੁਸੀਂ ਐਨਾਲਿਸਿਸ ਕਰਨਾ ਕਿ 1500 ਤੋਂ ਲੈ ਕੇ ਲਗਭਗ 2000 ਸਾਲ
ਇਸ ਦੇਸ਼ ਦੇ ਵਿੱਚ ਮਨੂ ਸਮ੍ਰਿਤੀ ਜਿਹੜੀ ਆ ਉਹ ਲਾਗੂ ਰਹੀ ਆ। ਇਹਦਾ ਮਤਲਬ ਕੀ ਆ ਕਿ ਜੇ ਮੈਂ ਆਪਣੇ ਤੋਂ ਪਹਿਲੇ ਆਪਣੇ ਬਜ਼ੁਰਗਾਂ ਦੀ ਉਮਰ 100 ਸਾਲ ਮੰਨ ਲਵਾਂ ਤਾਂ ਇਹਦਾ ਮਤਲਬ ਮਨੂ ਸਮ੍ਰਿਤੀ ਨੇ ਲਗਭਗ 20 ਪੀੜ੍ਹੀਆਂ ਮੇਰੀਆਂ ਜਿਹੜੀਆਂ ਉਹ ਗੁਲਾਮ ਬਣਾ ਕੇ ਰੱਖੀਆਂ। ਪਰ ਅੱਜ 70 ਸਾਲਾਂ ਦੇ ਵਿੱਚ ਇਹ ਕਿਹੜਾ ਇਹੋ ਜਿਹਾ ਕੰਮ ਹੋ ਗਿਆ ਕਿ ਅੱਜ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਸੰਵਿਧਾਨ ਜਿਹੜਾ ਉਹਨੂੰ ਬਦਲਣ ਦੀ ਲੋੜ ਆ। ਸੰਵਿਧਾਨ ਨੂੰ ਬਦਲਣ ਦੀ ਲੋੜ ਆ, ਇਹ ਸਮਝਣ ਦੀ ਲੋੜ ਹੈ। ਕਿਉਂਕਿ ਤੁਸੀਂ ਵੀ 20 ਪੀੜ੍ਹੀਆਂ ਨਹੀਂ ਬੋਲੇ ਔਰ ਤੁਸੀਂ ਹੁਣ ਵੀ ਨਹੀਂ ਬੋਲ ਰਹੇ, ਪਰ ਦੁਸ਼ਮਣ 70 ਸਾਲ ਦੇ ਵਿੱਚ ਸਤਰਕ ਹੋ ਗਿਆ, ਕਹਿੰਦਾ ਕਿ ਸੰਵਿਧਾਨ ਨੂੰ ਬਦਲਣ ਦੀ ਲੋੜ ਆ। ਕਿਉਂ ਲੋੜ ਆ? ਉਹਦੇ ਲਈ ਬਾਬਾ ਸਾਹਿਬ ਅੰਬੇਡਕਰ ਦੀ ਇੱਕ ਕਿਤਾਬ ਵੇਟਿੰਗ ਫਾਰ ਵੀਜ਼ਾ ਦੇ ਵਿੱਚ ਬਾਬਾ ਸਾਹਿਬ ਇੱਕ ਜਗ੍ਹਾ ਜ਼ਿਕਰ ਕਰਦੇ ਆ। ਮੈਂ ਲੰਬੀ ਕਹਾਣੀ ਨਾ ਸੁਣਾਉਂਦਾ ਹੋਇਆ, ਬਾਬਾ ਸਾਹਿਬ ਅੰਬੇਡਕਰ ਦੇ ਫਾਦਰ ਨੇ ਜਦ ਉਹਨਾਂ ਨੂੰ ਬੁਲਾਇਆ ਔਰ ਉਹ ਕਿਤੇ ਦੂਰ ਨੌਕਰੀ ਕਰਦੇ ਸੀ, ਬਾਬਾ ਸਾਹਿਬ ਅੰਬੇਡਕਰ ਇੱਕ ਬੈਲ ਗੱਡੀ ਦੇ ਉੱਪਰ ਜਦ ਜਾ ਰਹੇ ਨੇ ਤਾਂ ਰਸਤੇ ਦੇ ਵਿੱਚ ਗੱਡੀ ਚਲਾਉਣ ਵਾਲੇ ਨੇ ਪੁੱਛਿਆ ਤੁਸੀਂ ਕਿਸ ਜਾਤ ਦੇ ਹੋ? ਜਦ ਬਾਬਾ ਸਾਹਿਬ ਅੰਬੇਡਕਰ ਨੇ ਜਾਤ ਦੱਸੀ ਤਾਂ ਬਾਬਾ ਸਾਹਿਬ ਅੰਬੇਡਕਰ ਨੂੰ ਅਪਮਾਨਿਤ ਕਰਕੇ ਜਿਹੜਾ ਉਹ ਥੱਲੇ ਲਾ ਦਿੱਤਾ ਗਿਆ। ਔਰ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਕਿ ਮੈਨੂੰ ਪਿਆਸ ਲੱਗੀ ਆ, ਤਾਂ ਬਾਬਾ ਸਾਹਿਬ ਅੰਬੇਡਕਰ ਖੁਦ ਲਿਖਦੇ ਆ, ਕਹਿੰਦੇ ਜਦ ਦੂਰ ਜਾ ਕੇ ਮੈਂ ਛੱਪੜ ਦੇ ਕੰਢੇ ਤੋਂ ਪਾਣੀ ਪੀਣ ਗਿਆ ਤਾਂ ਬਿਲਕੁਲ ਗਾਰੇ ਵਾਲਾ ਪਾਣੀ ਸੀ। ਔਰ ਬਾਬਾ ਸਾਹਿਬ ਅੰਬੇਡਕਰ ਜਦ ਆਪਣੇ ਬਾਪ ਨੂੰ ਮਿਲੇ ਔਰ ਉਹਨਾਂ ਨੇ ਆਪਣੇ ਬਾਪ ਦੇ ਗਲੇ ਲੱਗ ਕੇ ਪੁੱਛਿਆ ਰੋ ਕੇ, ਕਹਿੰਦੇ ਪਿਤਾ ਜੀ ਮੈਨੂੰ ਗੰਦਾ ਪਾਣੀ ਜਿਹੜਾ ਉਹ ਪੀਣ ਦੇ ਲਈ ਕਿਉਂ ਮਜਬੂਰ ਕੀਤਾ ਗਿਆ? ਤਾਂ ਜਦ ਉਹਨਾਂ ਦੇ ਪਿਤਾ ਨੇ ਉਸ ਵਿਵਸਥਾ ਦੇ ਬਾਰੇ ਵਿੱਚ ਜ਼ਿਕਰ ਕੀਤਾ ਤਾਂ ਸਾਡੇ ਇਸ ਪੁਰਖੇ ਨੇ ਕਿਹਾ ਕਿ ਪਿਤਾ ਜੀ ਅਗਰ ਮੈਨੂੰ ਸਮਾਂ ਮਿਲਿਆ ਤਾਂ ਮੈਂ ਆਪਣੇ ਸਮਾਜ ਨੂੰ ਇਸ ਲਾਇਕ ਬਣਾ ਦਿਆਂਗਾ, ਮੈਂ ਪਾਣੀ ਦੇ ਲਈ ਸੰਘਰਸ਼ ਕਰਾਂਗਾ, ਇਸ ਸਮਾਜ ਨੂੰ ਲਾਇਕ ਬਣਾ ਦਿਆਂਗਾ। ਅੱਜ ਉਹਨਾਂ ਦੇ ਢਿੱਡ ਪੀੜ ਹੋਣ ਦੀ ਆ। ਕਿਉਂ ਬਦਲਣ ਡਿਆ ਸੰਵਿਧਾਨ? ਕਾਰਨ ਕੀ ਆ? ਉਹਨਾਂ ਨੂੰ ਤੁਹਾਡੀਆਂ ਗੱਡੀਆਂ ਚੰਗੀਆਂ ਨਹੀਂ ਲੱਗਦੀਆਂ, ਤੁਹਾਡੇ ਸਪੀਕਰ ਬੋਲਦੇ ਚੰਗੇ ਨਹੀਂ ਲੱਗਦੇ, ਤੁਹਾਡੇ ਵਰਗੇ ਸਰੋਤੇ ਉਹਨਾਂ ਨੂੰ ਚੰਗੇ ਨਹੀਂ ਲੱਗਦੇ, ਤੁਹਾਡੀਆਂ ਕੋਠੀਆਂ ਤੁਹਾਡੀਆਂ ਕਾਰਾਂ ਜਿਹੜੀਆਂ ਉਹ ਚੰਗੀਆਂ ਨਹੀਂ ਲੱਗਦੀਆਂ। ਪਰ ਸਾਡੀ ਵੀ ਕਿਤੇ ਨਾ ਕਿਤੇ ਨਾ ਲੱਗੀ। ਬਾਬਾ ਸਾਹਿਬ ਅੰਬੇਡਕਰ ਦੀ ਬਦੌਲਤ ਸਾਡੀਆਂ ਸ਼ਕਲਾਂ ਤੇ ਬਦਲ ਗਈਆਂ, ਪਰ ਸਾਡੀਆਂ ਅਕਲਾਂ ਬਿਲਕੁਲ ਨਹੀਂ ਬਦਲੀਆਂ। ਬਾਬਾ ਸਾਹਿਬ ਦੀ ਬਦੌਲਤ ਸਾਡੀਆਂ ਸ਼ਕਲਾਂ ਬਦਲ ਗਈਆਂ, ਪਰ ਸਾਡੀਆਂ ਅਕਲਾਂ ਬਿਲਕੁਲ ਨਹੀਂ ਬਦਲੀਆਂ। ਉਹ ਕਿਉਂ ਨਹੀਂ ਬਦਲੀਆਂ? ਜਿਹੜਾ ਬੰਦਾ ਜਿਹਦੇ ਘਰ ਦੇ ਵਿੱਚ ਖਾਣ ਨੂੰ ਨਹੀਂ ਸੀ ਰੋਟੀ, ਅੱਜ ਉਹ ਰੋਟੀ ਖਾਣ ਜੋਗਾ ਹੋ ਗਿਆ। ਜਿਹਦੇ ਘਰ ਪਹਿਨਣ ਨੂੰ ਨਹੀਂ ਸੀ, ਅੱਜ ਉਹ ਪਹਿਨਣ ਵਾਲਾ ਹੋ ਗਿਆ। ਜਿਹਦੇ ਕੋਲ ਜ਼ਮੀਨ ਨਹੀਂ ਸੀ, ਉਹ ਜ਼ਮੀਨ ਦਾ ਮਾਲਕ ਹੋ ਗਿਆ। ਜਿਹੜਾ ਕੋਈ ਪੜ੍ਹ ਨਹੀਂ ਸੀ ਸਕਦਾ, ਉਹ ਡਾਕਟਰ ਇੰਜੀਨੀਅਰ ਬਣ ਗਿਆ, ਉਹ ਪ੍ਰਸ਼ਾਸਨਿਕ ਅਧਿਕਾਰੀ ਬਣ ਗਿਆ। ਲੇਕਿਨ ਉਹਨੇ ਆਪਣੇ ਸਮਾਜ ਦੀ ਬਾਂਹ ਨਹੀਂ ਫੜੀ, ਕਿਉਂਕਿ ਅੰਬੇਡਕਰ ਦੀ ਜੈ ਕਰਨ ਦੇ ਨਾਲ ਕੋਈ ਬਹੁਤ ਵੱਡਾ ਫਰਕ ਨਹੀਂ ਹੋਣ ਵਾਲਾ, ਕਿਉਂਕਿ ਅੰਬੇਡਕਰਵਾਦ ਨੂੰ ਆਪਣੇ ਧਰਾਤਲ ਦੇ ਉੱਪਰ ਜਿਹੜਾ ਉਹ ਸਾਨੂੰ ਲਾਗੂ ਕਰਨਾ ਪੈਣਾ। ਔਰ ਮੈਂ ਜੇ ਰਾਜਨੀਤੀ ਦੀਆਂ ਗੱਲਾਂ ਨਾ ਕਰਦਾ ਹੋਇਆ ਜੇ ਸਮਾਜਿਕ ਅੰਦੋਲਨ ਦੀ ਗੱਲ ਕਰਾਂ ਤਾਂ ਸਾਡੇ ਪੁਰਖਿਆਂ ਨੇ ਸਾਨੂੰ ਇੱਕ ਗੱਲ ਜਿਹੜੀ ਆ ਉਹ ਸਿਖਾਈ। ਔਰ ਮੈਂ ਸਲੂਟ ਕਰਦਾ ਅੱਜ ਗੁਰਦਾਸਪੁਰ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਕਿ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ, ਕਿਉਂਕਿ ਸਾਡੇ ਰਹਿਬਰਾਂ ਦਾ ਮਿਸ਼ਨ ਬਹੁਜਨ ਦਾ ਮਿਸ਼ਨ ਸੀ, ਸਾਡੇ ਰਹਿਬਰਾਂ ਦਾ ਮਿਸ਼ਨ ਇਕੁਐਲਿਟੀ ਦਾ ਮਿਸ਼ਨ ਸੀ। ਅੱਜ ਬਹੁਤ ਸਾਰੀਆਂ ਜਥੇਬੰਦੀਆਂ, ਬਹੁਤ ਸਾਰੀਆਂ ਜਾਤਾਂ ਦੇ ਲੋਕ ਜਿਹੜੇ ਆ ਇੱਕ ਜਗ੍ਹਾ ਪਲੇਟਫਾਰਮ ਤੇ ਇਕੱਠੇ ਹੋਏ। ਇਸ ਗੱਲ ਦੇ ਲਈ ਤੁਸੀਂ ਸਾਰੇ ਦੇ ਸਾਰੇ ਵਧਾਈ ਦੇ ਪਾਤਰ ਹੋ, ਕਿਉਂਕਿ ਤੁਸੀਂ ਇਸ ਗੱਲ ਦੇ ਲਈ ਤੁਸੀਂ ਸਾਰੇ ਦੇ ਸਾਰੇ ਵਧਾਈ ਦੇ ਪਾਤਰ ਹੋ। ਤਾਂ ਸਾਥੀਓ, ਅੱਜ ਜ਼ਰੂਰਤ ਹੈ ਕਿ ਅਸੀਂ ਬਾਬਾ ਸਾਹਿਬ ਅੰਬੇਡਕਰ ਦੀ ਜੋ ਵਿਚਾਰਧਾਰਾ ਹੈ ਉਹਨੂੰ ਹੂਬਹੂ ਜੋ ਬਾਬਾ ਸਾਹਿਬ ਅੰਬੇਡਕਰ ਕਹਿੰਦੇ ਸੀ ਉਸ ਚੀਜ਼ ਨੂੰ ਹੂਬਹੂ ਆਪਾਂ ਜਿਹੜਾ ਉਹਨੂੰ ਫੀਲਡ ਦੇ ਵਿੱਚ ਲਾਗੂ ਕਰੀਏ, ਕਿਉਂਕਿ ਸਾਡੇ ਸਮਾਜ ਦੇ ਵਿੱਚ ਬਹੁਤ ਵੱਡੀ ਕਮੀ ਆ। ਤਥਾਗਤ ਨੂੰ ਕਿਸੇ ਨੇ ਪੁੱਛਿਆ ਕਿ ਮਿਸ਼ਨ ਕਿੱਦਾਂ ਵੱਧਦਾ ਹੈ, ਵਿਚਾਰਧਾਰਾ ਕਿੱਦਾਂ ਵੱਧਦੀ ਆ, ਤਾਂ ਉਹਨਾਂ ਨੇ ਇੱਕ ਗੱਲ ਕਹੀ, ਕਹਿੰਦੇ ਕਿ ਤੁਹਾਡੇ ਕੋਲ 3 ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਤੁਹਾਡੇ ਕੋਲ ਆਪਣੇ ਸਥਾਨ ਚਾਹੀਦੇ ਆ। ਅੱਜ ਸਾਡੇ ਕੋਲ ਸ੍ਰੀ ਗੁਰੂ ਰਵਿਦਾਸ ਭਵਨ ਨੇ, ਸਾਡੇ ਕੋਲ ਕਬੀਰ ਭਵਨ ਨੇ, ਸਤਿਗੁਰੂ ਨਾਭਾਦਾਸ ਭਵਨ ਨੇ, ਮਹਾਰਿਸ਼ੀ ਵਾਲਮੀਕ ਭਵਨ ਨੇ। ਔਰ ਨਾਲ ਦੀ ਨਾਲ ਉਹਨਾਂ ਨੇ ਗੱਲ ਕਹੀ, ਕਹਿੰਦੇ ਤੁਹਾਡੇ ਕੋਲ ਇੰਟੈਲੈਕਚੁਅਲ ਲੋਕ ਵੀ ਹੋਣੇ ਚਾਹੀਦੇ। ਪਰ ਸਾਡੇ ਸਮਾਜ ਦੀ ਤਰਾਸਦੀ ਕੀ ਆ ਕਿ ਜਿਹੜਾ ਸਮਾਜ ਦਾ ਪੜ੍ਹਿਆ ਲਿਖਿਆ ਇੰਟੈਲੈਕਚੁਅਲ ਵਰਗ ਆ, ਸਾਡਾ ਸਮਾਜ ਉਹਨੂੰ ਹੀ ਸਭ ਤੋਂ ਵੱਧ ਕੁਛ ਨਹੀਂ ਕਰਦਾ, ਉਹਦੀਆਂ ਹੀ ਸਭ ਤੋਂ ਵੱਧ ਲੱਤਾਂ ਖਿੱਚਦਾ ਹੈ। ਔਰ ਤੀਸਰੀ ਗੱਲ ਕਿ ਬਾਬਾ ਸਾਹਿਬ ਤਥਾਗਤ ਨੇ ਕਿਹਾ ਕਿ ਤੁਹਾਡੇ ਕੋਲ ਤੁਹਾਡੇ ਪ੍ਰਚਾਰਕ ਜਿਹੜੇ ਉਹ ਹੋਣੇ ਚਾਹੀਦੇ। ਸਾਥੀਓ, ਅੱਜ ਬਹੁਤ ਵੱਡੀ ਕਮੀ ਆ ਪ੍ਰਚਾਰਕਾਂ ਦੀ।
ਬਹੁਤ ਵੱਡੀ ਕਮੀ ਹੈ ਪ੍ਰਚਾਰਕਾਂ ਦੀ, ਕਿਉਂਕਿ ਜੇ ਪ੍ਰਚਾਰਕ ਨਹੀਂ ਹੋਣਗੇ ਤਾਂ ਤੁਹਾਡੀ ਗੱਲ ਅੱਗੇ ਨਹੀਂ ਵਧ ਪਾਏਗੀ। ਇੱਕ ਆਖਰੀ ਗੱਲ ਕਹਿ ਕੇ ਤੁਹਾਡੇ ਤੋਂ ਰਜਾ ਚਾਹਾਂਗਾ। ਮਹਾਰਾਜ ਪ੍ਰਸੰਨਜੀਤ ਦੇ ਟਾਈਮ ਤੇ ਬੜੇ ਧਿਆਨ ਨਾਲ ਸੁਣਿਓ ਗੱਲ, ਔਰ ਖਾਸ ਕਰਕੇ ਨੌਜਵਾਨ ਸਾਥੀਆਂ ਨੂੰ ਮੇਰੀ ਬੇਨਤੀ ਆ ਕਿ ਇਹ ਤੋਂ ਸੇਧ ਜ਼ਰੂਰ ਲੈਣੀ। ਮਹਾਰਾਜ ਪ੍ਰਸੰਨਜੀਤ ਦੇ ਕੋਲ ਇੱਕ ਹਾਥੀ ਸੀ, ਔਰ ਉਸ ਹਾਥੀ ਦਾ ਨਾਂ ਸੀ ਪਾਇਕਾ। ਔਰ ਉਹਦੇ ਬਾਰੇ ਦੇ ਵਿੱਚ ਇਤਿਹਾਸਕਾਰ ਲਿਖਦਾ ਕਿ ਉਹ ਹਾਥੀ ਐਡਾ ਤਾਕਤਵਰ ਸੀ ਕਿ ਮਹਾਰਾਜ ਪ੍ਰਸੰਨਜੀਤ ਜਿੰਨੀਆਂ ਵੀ ਜੰਗਾਂ ਦੇ ਵਿੱਚ ਗਏ, ਜਦ ਉਹ ਹਾਥੀ ਆਪਣੀ ਜਾ ਕੇ ਝੰਗਾੜਦਾ ਸੀ ਤਾਂ ਦੁਸ਼ਮਣ ਦੀਆਂ ਫੌਜਾਂ ਜਿਹੜੀਆਂ ਸੀ ਉਹ ਭੱਜ ਜਾਂਦੀਆਂ ਸੀ। ਪਰ ਇੱਕ ਦਿਨ ਹਾਥੀ ਬੁੱਢਾ ਹੋ ਗਿਆ, ਔਰ ਬੁੱਢਾ ਹੋ ਕੇ ਮਹਾਰਾਜ ਪ੍ਰਸੰਨਜੀਤ ਨੇ ਉਸ ਹਾਥੀ ਨੂੰ ਫੌਜ ਦੇ ਵਿੱਚੋਂ ਜਿਹੜਾ ਰਿਟਾਇਰ ਕਰ ਦਿੱਤਾ। ਔਰ ਰਿਟਾਇਰ ਕਰਨ ਤੋਂ ਬਾਅਦ ਇੱਕ ਮਹਾਵਤ, ਜਿਹੜਾ ਅਨਟ੍ਰੇਨਡ ਮਹਾਵਤ ਸੀ, ਉਹਦੇ ਨਾਲ ਜਿਹੜਾ ਉਹਨੂੰ ਲਾ ਦਿੱਤਾ ਤਾਂ ਕਿ ਉਹ ਇਹਦੀ ਦੇਖਭਾਲ ਜਿਹੜੀ ਉਹ ਕਰੇ। ਔਰ ਜਿਹੜਾ ਅਸਲੀ ਮਹਾਵਤ ਸੀ ਉਹ ਤਥਾਗਤ ਭਗਵਾਨ ਬੁੱਧ ਤੋਂ ਬਹੁਤ ਪ੍ਰਭਾਵਿਤ ਸੀ। ਉਸ ਮਹਾਵਤ ਨੇ ਕੀ ਕੀਤਾ, ਉਹ ਤਥਾਗਤ ਬੁੱਧ ਦਾ ਸ਼ਰਨਾਗਤ ਬਣ ਗਿਆ, ਉਹਨਾਂ ਦੇ ਕੋਲ ਜਾ ਕੇ ਉਹ ਰਹਿਣ ਲੱਗ ਪਿਆ। ਤਾਂ ਇੱਕ ਦਿਨ ਕੀ ਹੋਇਆ ਕਿ ਮਹਾਵਤ ਪਾਇਕਾ ਹਾਥੀ ਨੂੰ ਲੈ ਕੇ ਦਰਿਆ ਤੇ ਪਾਣੀ ਪਿਉਣ ਗਿਆ। ਔਰ ਸਾਥੀਓ, ਜਦੋਂ ਦਰਿਆ ਤੇ ਪਾਣੀ ਪਿਉਣ ਗਿਆ ਤਾਂ ਹਾਥੀ ਜਿਹੜਾ ਉਹ ਗਹਿਰੇ ਪਾਣੀ ਦੇ ਵਿੱਚ ਚਲਾ ਗਿਆ, ਔਰ ਗਹਿਰੇ ਪਾਣੀ ਦੇ ਵਿੱਚ ਜਾ ਕੇ ਹਾਥੀ ਜਿਹੜਾ ਉਹ ਨਿਕਲਣ ਦੇ ਕਾਬਿਲ ਨਾ ਰਿਹਾ। ਔਰ ਸਾਥੀਓ, ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇਕੱਠੇ ਹੋ ਗਏ ਕਿ ਪਾਇਕਾ ਹਾਥੀ ਜਿਹੜਾ ਆ ਉਹਦਾ ਜੀਵਨ ਅੱਜ ਜਿਹੜਾ ਉਹ ਖਤਮ ਹੋਣ ਵਾਲਾ ਹੈ। ਤਾਂ ਸਾਥੀਓ, ਬਹੁਤ ਸਾਰੇ ਲੋਕ ਦੇਖ ਰਹੇ ਸੀ, ਲੇਕਿਨ ਬਹੁਤ ਸਾਰੇ ਬੌਧ ਭਿਕਸ਼ੂ ਲਾਗੇ ਖੜੇ ਸੀ। ਉਹਨਾਂ ਨੇ ਜਾ ਕੇ ਤਥਾਗਤ ਨੂੰ ਕਿਹਾ, ਕਹਿੰਦੇ ਭਗਵਾਨ, ਪਾਇਕਾ ਹਾਥੀ ਦਾ ਜੀਵਨ ਜਿਹੜਾ ਉਹ ਖਤਰੇ ਦੇ ਵਿੱਚ ਹੈ। ਤਾਂ ਭਗਵਾਨ ਗੌਤਮ ਬੁੱਧ ਇਹ ਜਾਣਦੇ ਸੀ ਕਿ ਜਿਹੜਾ ਇਹਦਾ ਅਸਲੀ ਮਹਾਵਤ ਆ ਉਹ ਮੇਰੇ ਕੋਲ ਆ। ਤਾਂ ਭਗਵਾਨ ਗੌਤਮ ਬੁੱਧ ਨੇ ਕਿਹਾ ਉਸ ਭਿਕਸ਼ੂ ਨੂੰ ਕਿ ਜਾ ਕੇ ਪਾਇਕਾ ਹਾਥੀ ਦਾ ਜੀਵਨ ਜਿਹੜਾ ਉਹ ਤੁਸੀਂ ਬਚਾਓ। ਔਰ ਸਾਥੀਓ, ਜਦੋਂ ਜੀਵਨ ਬਚਾਉਣ ਦੇ ਲਈ ਗਏ ਤਾਂ ਕਹਿੰਦੇ ਉਹ ਮਹਾਵਤ ਜਿਹੜਾ ਨਾ ਉਹ ਹਾਥੀ ਵੱਲ ਵੇਖ ਕੇ ਹੱਸ ਪਿਆ। ਉਹ ਹੱਸਿਆ ਹਾਥੀ ਵੱਲ ਵੇਖ ਕੇ। ਤਾਂ ਉਸ ਤੋਂ ਬਾਅਦ ਉਹਨੇ ਰਾਜੇ ਨੂੰ ਕਿਹਾ ਕਿ ਜਿਹੜੀ ਰਣਬੇਦੀ ਜਿਹੜੀ ਜੰਗ ਦੇ ਮੈਦਾਨ ਦੇ ਵਿੱਚ ਵਜਾਈ ਜਾਂਦੀ ਆ, ਉਹ ਰਣਬੇਦੀ ਲਿਆਈ ਜਾਏ। ਔਰ ਜਦ ਰਣਬੇਦੀ ਵੱਜੀ ਤੇ ਉਹ ਜਿਹੜਾ ਪਾਇਕਾ ਹਾਥੀ ਸੀ ਉਹ ਜ਼ੋਰ ਲਗਾ ਕੇ ਉਹ ਜਿਹੜਾ ਉਹਦੇ ਚੋਂ ਦਰਿਆ ਦੇ ਵਿੱਚੋਂ ਬਾਹਰ ਨਿਕਲ ਆਇਆ। ਤਾਂ ਸਾਥੀਓ, ਭਿਕਸ਼ੂ ਜਾ ਕੇ ਤਥਾਗਤ ਭਗਵਾਨ ਗੌਤਮ ਬੁੱਧ ਨੂੰ ਪੁੱਛਦੇ ਨੇ, ਕਹਿੰਦੇ ਭਗਵਾਨ ਤਥਾਗਤ ਗੌਤਮ ਬੁੱਧ ਜੀ, ਪਾਇਕਾ ਹਾਥੀ ਦਾ ਜੀਵਨ ਜਿਹੜਾ ਸੀ ਉਹ ਖਤਰੇ ਵਿੱਚ ਸੀ, ਲੇਕਿਨ ਤੁਹਾਡਾ ਭੇਜਿਆ ਹੋਇਆ ਮਹਾਵਤ ਉੱਥੇ ਜਾ ਕੇ ਹੱਸ ਰਿਹਾ, ਉੱਥੇ ਜਾ ਕੇ ਹੱਸ ਰਿਹਾ। ਸਾਨੂੰ ਦੱਸਿਆ ਜਾਏ ਕਿ ਹੱਸ ਕਿਉਂ ਰਿਹਾ। ਤਾਂ ਤਥਾਗਤ ਨੇ ਕਿਹਾ, ਕਹਿੰਦੇ ਭਿਕਸ਼ੂਓ, ਹਾਥੀ ਦੇ ਵੱਲ ਵੇਖ ਕੇ ਮਹਾਵਤ ਇਸ ਲਈ ਹੱਸਿਆ ਕਿ ਹਾਥੀ ਨੂੰ ਆਪਣੀ ਤਾਕਤ ਦਾ ਅਹਿਸਾਸ ਹੋਣਾ ਚਾਹੀਦਾ ਸੀ ਕਿ ਮੇਰੀ ਉਮਰ ਬਹੁਤ ਜ਼ਿਆਦਾ ਹੋ ਚੁੱਕੀ ਆ, ਮੈਨੂੰ ਇੰਨੇ ਗਹਿਰੇ ਦਲਦਲ ਦੇ ਵਿੱਚ ਨਹੀਂ ਜਾਣਾ ਚਾਹੀਦਾ ਸੀ। ਪਰ ਉਹ ਹਾਥੀ ਦਾ ਸੁਭਾਅ ਸੀ ਕਿ ਉਹ ਕ੍ਰਾਂਤੀਕਾਰੀ ਸੀ। ਉਹ ਜਦ ਰਣਬੇਦੀ ਦੀ ਆਵਾਜ਼ ਸੁਣੀ ਤਾਂ ਉਹਦੇ ਅੰਦਰ ਵਾਲਾ ਜੋਸ਼ ਜਿਹੜਾ ਉਹਨੇ ਝਟਕਾ ਮਾਰਿਆ ਔਰ ਹਾਥੀ ਜਿਹੜਾ ਉਹ ਬਾਹਰ ਆ ਗਿਆ। ਤਾਂ ਤਥਾਗਤ ਕਹਿੰਦੇ ਭਿਕਸ਼ੂਓ, ਮੇਰਾ ਵੀ ਤੁਹਾਨੂੰ ਉਪਦੇਸ਼ ਹੈ ਕਿ ਆ ਜਿਹੜਾ ਸਮਾਜ ਜਿਹਦੀ ਤਾਕਤ ਹਾਥੀ ਵਰਗੀ ਆ, ਉਹ ਸਮਾਜ ਅੱਜ ਗਹਿਰੇ ਦਲਦਲ ਦੇ ਵਿੱਚ ਫਸ ਚੁੱਕਿਆ। ਉਹ ਦਲਦਲ ਕਿਹੜਾ ਆ? ਉਹ ਮਨੂਵਾਦੀ ਦਲਦਲ, ਉਹ ਵਹਿਮਾਂ ਭਰਮਾਂ ਦਾ ਦਲਦਲ। ਉਸ ਦਲਦਲ ਦੇ ਵਿੱਚ ਫਸ ਚੁੱਕਿਆ। ਅੱਜ ਤੁਹਾਡੀ ਡਿਊਟੀ ਬਣਦੀ ਆ, ਅੱਜ ਸਾਡੀ ਸਾਰਿਆਂ ਦੀ ਡਿਊਟੀ ਬਣਦੀ ਆ ਕਿ ਉਹ ਰਣਬੇਦੀ ਵਜਾਈਏ। ਔਰ ਰਣਬੇਦੀ ਕੀ ਆ? ਉਹ ਬਾਬਾ ਸਾਹਿਬ ਅੰਬੇਡਕਰ, ਮਹਾਤਮਾ ਜੋਤੀਰਾਓ ਫੂਲੇ ਔਰ ਸਾਡੇ ਰਹਿਬਰਾਂ ਦੇ ਵਿਚਾਰਾਂ ਦੀ ਰਣਬੇਦੀ, ਤਾਂ ਕਿ ਇਸ ਸਮਾਜ ਨੂੰ ਬਚਾਇਆ ਜਾ ਸਕੇ। ਇਸ ਕਰਕੇ ਮੇਰੀ ਸਾਥੀਆਂ ਨੂੰ ਬੇਨਤੀ ਆ, ਔਰ ਖਾਸ ਕਰਕੇ ਜਿਹੜੀਆਂ ਭੈਣਾਂ ਬੈਠੀਆਂ ਉਹਨਾਂ ਨੂੰ ਬੇਨਤੀ ਆ, ਕਿਉਂਕਿ ਬਾਬਾ ਸਾਹਿਬ ਅੰਬੇਡਕਰ ਦੇ ਲਈ ਤੁਸੀਂ ਬਹੁਤ ਮਹੱਤਵਪੂਰਨ ਇੱਕ ਸਮਾਜ ਦਾ ਹਿੱਸਾ ਜੀ। ਕਿਉਂਕਿ ਬਾਬਾ ਸਾਹਿਬ ਅੰਬੇਡਕਰ ਨੇ ਗੱਲ ਕਹੀ ਆ ਕਿ ਜਿਸ ਸਮਾਜ ਦੀ ਔਰਤ ਐਜੂਕੇਟ ਆ, ਉਹ ਸਮਾਜ ਦੀ ਤਰੱਕੀ ਨੂੰ ਕੋਈ ਰੋਕ ਨਹੀਂ ਸਕਦਾ। ਪਰ ਤੁਸੀਂ ਥੋੜਾ ਜਿਹਾ ਅੰਬੇਡਕਰਵਾਦ ਨੂੰ ਸਮਝੋ, ਆਪਣੇ ਆਪ ਨੂੰ ਵਹਿਮਾਂ ਭਰਮਾਂ ਤੋਂ ਬਾਹਰ ਕੱਢੋ, ਔਰ ਆਪਣੇ ਬੱਚਿਆਂ ਨੂੰ, ਆਪਣੇ ਪਤੀ ਨੂੰ, ਜਿੰਨੇ ਵੀ ਲੋਕ ਬਾਬਾ ਸਾਹਿਬ ਅੰਬੇਡਕਰ ਦੇ ਅੰਦੋਲਨ ਦੇ ਵਿੱਚ ਕੰਮ ਕਰਨਾ ਚਾਹੁੰਦੇ ਆ, ਉਸ ਅੰਦੋਲਨ ਦੇ ਵਿੱਚ ਇਹਨਾਂ ਲੋਕਾਂ ਨੂੰ ਜਿਹੜਾ ਉਹ ਅੱਗੇ ਵਧਾਓ। ਕਿਉਂਕਿ ਜੇ ਤੁਸੀਂ ਵਹਿਮ ਭਰਮ ਦੇ ਵਿੱਚ ਫਸੀਆਂ ਰਹੀਆਂ, ਇੱਕ ਗੱਲ ਧਿਆਨ ਨਾਲ ਸੁਣਿਓ, ਮੈਂ ਅੱਜ ਵੀ ਸਵੇਰੇ ਮੇਜਰ ਸਾਹਿਬ ਨਾਲ ਗੱਲ ਕਰ ਰਿਹਾ ਸੀ ਕਿ ਸਾਡੇ ਮਹਾਪੁਰਸ਼ਾਂ ਨੇ ਸਾਨੂੰ ਦਿੱਤਾ ਬਹੁਤ ਕੁਝ ਆ,
ਪਰ ਲੱਗਦਾ ਹੈ ਕਿ ਅਸੀਂ ਸ਼ਾਇਦ ਉਹ ਸਾਰਾ ਮਿਸ਼ਨ ਜਿਹੜਾ ਉਹ ਸਾਰੀਆਂ ਗੱਲਾਂ ਪੜ੍ਹ ਨਹੀਂ ਪਾਵਾਂਗੇ। ਇੱਕ ਸਤਿਗੁਰੂ ਕਬੀਰ ਸਾਹਿਬ ਨੇ ਬੀਜਕ ਦੇ ਵਿੱਚ ਨਾਗਰਾਜ ਜੀ, ਇੱਕ ਸਤਿਗੁਰੂ ਕਬੀਰ ਜੀ ਦਾ ਬੀਜਕ ਦੇ ਵਿੱਚ ਸ਼ਲੋਕ ਅੱਜ ਮੈਂ ਪੜ੍ਹ ਰਿਹਾ ਸੀ। ਜਿਸ ਕੰਮ ਦੇ ਪਿੱਛੇ ਤੁਸੀਂ 2.5 ਘੰਟੇ ਜਿਹੜੀ ਜੇਪੀ ਭਾਜੀ ਗੱਲ ਕਰਕੇ ਗਏ ਨਾ ਕਿ 2.5 ਘੰਟੇ ਬੈਠੇ ਰਹਿੰਦੇ ਆ, ਕਬੀਰ ਸਾਹਿਬ ਉਸ ਵੇਲੇ ਗੱਲ ਕਰ ਰਹੇ ਨੇ। ਔਰ ਆ ਜਿਹੜੀ ਫੌਜ ਲੜ ਰਹੀ ਆ ਤੁਹਾਡੇ ਹੱਕਾਂ ਅਧਿਕਾਰਾਂ ਦੇ ਲਈ, ਜੇ ਤੁਹਾਡੀ ਸਪੋਰਟ ਨਾ ਹੋਈ ਤਾਂ ਇਹ ਜਿਹੜਾ ਮੂਵਮੈਂਟ ਆਏ ਅੱਗੇ ਨਹੀਂ ਵੱਧ ਪਾਏ। ਤਾਂ ਕਬੀਰ ਸਾਹਿਬ ਲਿਖਦੇ ਆ, ਕਹਿੰਦੇ ਮੈਂ ਚਿਤਵਨ ਹੈ ਤੋਹੇ ਕੋ। ਕਬੀਰ ਸਾਹਿਬ ਨੇ ਕਿਹਾ, ਕਹਿੰਦੇ ਮੈਂ ਤਾਂ ਤੁਹਾਨੂੰ ਚਿਤਦਾ, ਤੁਹਾਡੇ ਬਾਰੇ ਗੱਲਾਂ ਕਰਦਾ, ਸਾਡਾ ਸਮਾਜ ਦਾ ਭਲਾ ਹੋ ਜੇ। ਇਹ ਪਾਈਕਲ ਹਾਥੀ ਦੀ ਤਰ੍ਹਾਂ ਸਮੁੰਦਰ ਦੇ ਵਿੱਚੋਂ ਗਹਿਰੇ ਪਾਣੀ ਚੋਂ ਬਾਹਰ ਨਿਕਲ ਆਏ। ਕਬੀਰ ਸਾਹਿਬ ਕਹਿੰਦੇ ਮੈਂ ਚਿਤਵਨ ਹੈ ਤੋਹੇ ਕੋ, ਤੂੰ ਚਿਤਵਨ ਹੈ ਮੋਹੇ। ਕਹਿੰਦਾ ਯਾਰ ਮੈਂ ਤਾਂ ਤੁਹਾਡੀ ਗੱਲ ਕਰਦਾ, ਤੁਸੀਂ ਉਹਦੇ ਤੇ ਟੇਕ ਲਾਈ ਬੈਠੇ ਹੋ। ਕਹੇ ਕਬੀਰ ਕੈਸੇ ਬਣੇ ਹੈ, ਕਹਿੰਦੇ ਮੇਰੀ ਤੁਹਾਡੀ ਬਣ ਨਹੀਂ ਸਕਦੀ। ਕਿਉਂ ਨਹੀਂ ਬਣ ਸਕਦੀ? ਕਹਿੰਦੇ ਮੋਹੇ ਤੋਹੇ ਔਰ ਮੋਹੇ। ਕਹਿੰਦੇ ਯਾਰ ਮੈਂ ਤੁਹਾਡੀ ਗੱਲ ਕਰਦਾ, ਤੁਸੀਂ ਉਹਦੀ ਗੱਲ ਕਰਦੇ ਹੋ, ਟ੍ਰਾਇੰਗਲ ਬਣ ਗਿਆ। ਮੈਂ ਗੱਲਾਂ ਕਹਿ ਰਿਹਾ, ਜੇ ਤੁਸੀਂ ਮੇਰੀ ਗੱਲ ਨਾ ਸੁਣੋ ਤਾਂ ਇਹਦਾ ਕੀ ਆਉਟਪੁੱਟ ਹੈ? ਜ਼ੀਰੋ ਆਉਟਪੁੱਟ। ਤਾਂ ਇਸ ਕਰਕੇ ਸਾਥੀਓ, ਅੱਜ ਜੋ ਹਾਲਾਤ ਬਣ ਚੁੱਕੇ ਨੇ, ਕਬੀਰ ਸਾਹਿਬ ਨੇ ਇੱਕ ਆਪਣੀ ਬਾਣੀ ਦੇ ਵਿੱਚ ਬੀਜਕ ਦੇ ਵਿੱਚ ਇੱਕ ਸ਼ਬਦ ਆ ਕਬੀਰ ਸਾਹਿਬ ਦਾ, ਉਹ ਕਹਿੰਦੇ ਚੀਟੀ ਚੜੀ ਪਹਾੜ ਤੇ। ਅੱਜ ਦੇ ਸੰਦਰਭ ਦੇ ਵਿੱਚ ਇਹਨੂੰ ਸਮਝਿਓ। ਕਹਿੰਦੇ ਚੀਟੀ ਚੜੀ ਪਹਾੜ ਤੇ 9 ਮਣ ਤੇਲ ਲਗਾਏ। ਭਾਵ ਜਿਹੜੇ ਆ ਘੁਸਪੈਠੀਏ ਬਾਹਰੋਂ ਆਏ ਜਿਨ੍ਹਾਂ ਦੀ ਗਿਣਤੀ 15% ਸੀ, ਉਹ ਬਹੁਤ ਵੱਡੇ ਹਥਿਆਰ ਔਰ ਬਹੁਤ ਸਾਰਾ ਸ਼ਸਤਰ ਲੈ ਕੇ ਆਏ। ਔਰ ਕਹਿੰਦਾ बड़ी बढ़िया गल लिखी उन्होंने, कहता चीटी चढ़ी पहाड़ पे 9 मन तेल लगाए, बगल में हाथी दाब के। बगल दे विच उन्हें हाथी दब लिया। हाथी कौन है? भारत दा 52% समाज, ओबीसी समाज। और ऊंट रही लटकाए, तुसी ऊंट लटका ले, कित्थे तुहाडा हुण राज? आपां बेशक बड़ियां फड़ा मार रहे हैं स्टेजां तो, बाबा साहब तेरा मिशन अधूरा, ਤੇ ਬਾਬਾ ਸਾਹਿਬ ਦਾ ਮਿਸ਼ਨ ਵਾਕਈ ਅਧੂਰਾ। ਜੇ ਪਿਛਲੇ ਕੁਝ ਸਮੇਂ ਦੇ ਵਿੱਚ ਜੇ ਕੋਈ ਬਾਬਾ ਸਾਹਿਬ ਅੰਬੇਡਕਰ ਦਾ ਲਾਇਕ ਪੁੱਤਰ ਪੈਦਾ ਹੋਇਆ ਤਾਂ ਉਹ ਸਿਰਫ ਔਰ ਸਿਰਫ ਮਾਨਯਵਰ ਕਾਸ਼ੀ ਰਾਮ ਸਾਹਿਬ ਆ, ਜਿਹਨੇ ਦੁਸ਼ਮਣ ਨੂੰ ਮਜਬੂਰ ਕਰ ਦਿੱਤਾ ਕਿ ਬਾਬਾ ਸਾਹਿਬ ਅੰਬੇਡਕਰ ਦੀ ਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ। ਅੱਜ ਸਮਾਂ ਇਹੋ ਜਿਹਾ ਆ ਗਿਆ। ਤੁਸੀਂ, ਇਹ ਤੁਹਾਡਾ ਹੱਕ ਅਧਿਕਾਰ ਆ, ਤੁਸੀਂ ਮੇਰੀਆਂ ਗੱਲਾਂ ਸੁਣ ਰਹੇ ਹੋ, ਇਹ ਤੁਹਾਡਾ ਹੱਕ ਅਧਿਕਾਰ ਆ ਕਿ ਤੁਸੀਂ ਬਾਬਾ ਸਾਹਿਬ ਅੰਬੇਡਕਰ ਦੇ ਜਨਮ ਦਿਨ ਦੇ ਸੰਬੰਧ ਚ ਆਏ ਹੋ। ਇਹ ਤੁਹਾਡਾ ਹੱਕ ਅਧਿਕਾਰ ਹੈ ਕਿ ਤੁਸੀਂ ਬਾਬਾ ਸਾਹਿਬ ਅੰਬੇਡਕਰ ਨੂੰ ਪਿਆਰ ਕਰ ਸਕਦੇ ਹੋ। ਇਹ ਤੁਹਾਡਾ ਹੱਕ ਅਧਿਕਾਰ ਹੈ ਕਿ ਤੁਸੀਂ ਬਾਬਾ ਸਾਹਿਬ ਅੰਬੇਡਕਰ ਨੂੰ ਨਫ਼ਰਤ ਕਰ ਸਕਦੇ ਹੋ। ਪਰ ਇਹ ਬਾਬਾ ਸਾਹਿਬ ਅੰਬੇਡਕਰ ਦੇ ਲਾਇਕ ਪੁੱਤਰ ਮਾਨਯਵਰ ਕਾਸ਼ੀ ਰਾਮ ਸਾਹਿਬ ਦਾ ਕ੍ਰਿਸ਼ਮਾ ਹੈ ਕਿ ਤੁਸੀਂ ਨਫ਼ਰਤ ਕਰ ਸਕਦੇ ਹੋ, ਪਿਆਰ ਕਰ ਸਕਦੇ ਹੋ, ਪਰ ਅੰਬੇਡਕਰ ਨੂੰ ਇਗਨੋਰ ਨਹੀਂ ਕਰ ਸਕਦੇ। ਅੰਬੇਡਕਰ ਨੂੰ ਇਗਨੋਰ ਨਹੀਂ ਕਰ ਸਕਦੇ। ਅੱਜ ਹਰ ਬੰਦਾ ਬਾਬਾ ਸਾਹਿਬ ਅੰਬੇਡਕਰ ਦੇ ਨਾਂ ਤੇ ਵਧਾਈਆਂ ਦੇ ਰਹੇ। ਬਹੁਤ ਸਾਰੇ ਲੋਕ ਸਾਡੇ ਕੋਲ ਪਹੁੰਚਣ ਦੀਆਂ ਕੋਸ਼ਿਸ਼ਾਂ ਵੀ ਕਰ ਰਹੇ। ਤੋਂ ਇਸ ਕਰਕੇ ਸਾਥੀਓ, ਬਹੁਤ ਸਾਰੀਆਂ ਗੱਲਾਂ ਇਤਿਹਾਸਕ ਪੱਖ ਤੋਂ ਹੋ ਗਈਆਂ। ਮੈਂ ਹਮੇਸ਼ਾ ਹੀ ਇਹ ਗੱਲ ਕਹਿਣਾ ਕਿ ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ ਨੂੰ ਇੱਕ ਪਾਸੇ ਰੱਖ ਕੇ ਤਾਂ ਆਪਣਾ ਐਨਾਲਿਸਿਸ ਕਰੋ। ਜਿੱਦਾਂ 2.5 ਘੰਟੇ ਨਾਮ ਜਪਦੇ ਹੋ, 5 ਮਿੰਟ ਸੈਲਫ ਐਨਾਲਿਸਿਸ ਕਰੋ ਕਿ ਬਾਬਾ ਸਾਹਿਬ ਅੰਬੇਡਕਰ ਨੇ ਜਿਹੜੇ ਸੁਪਨੇ ਦਿੱਤੇ ਸੀ, ਜਿਹੜੀ ਗੱਲਾਂ ਉਹਨਾਂ ਨੇ ਕਹੀਆਂ ਸੀ, ਕੀ ਅਸੀਂ ਉਹਨਾਂ ਦੇ ਖਰੇ ਉਤਰ ਰਹੇ ਹਾਂ ਕਿ ਨਹੀਂ ਉਤਰ ਰਹੇ? ਜੇ ਅਸੀਂ ਨਹੀਂ ਉਤਰ ਰਹੇ ਤਾਂ ਫਿਰ ਬਾਬਾ ਸਾਹਿਬ ਅੰਬੇਡਕਰ ਦੇ ਨਾਂ ਤੇ ਜੈਕਾਰੇ ਲਾਉਣ ਦੀ ਲੋੜ ਨਹੀਂ। ਬਾਬਾ ਸਾਹਿਬ ਅੰਬੇਡਕਰ ਦਾ ਮਿਸ਼ਨ ਜਿਹੜਾ ਉਹ ਹਮੇਸ਼ਾ ਇਦਾਂ ਹੀ ਚੱਲਦਾ ਰਹੇਗਾ। ਬਹੁਤ ਸਾਰੇ ਲੋਕ ਇਸ ਦੇਸ਼ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਦੇ ਲਈ ਸਮਰਪਿਤ ਲੋਕ ਵੀ ਪੈਦਾ ਹੋ ਗਏ ਨੇ, ਜਿਹੜੇ ਮਰਜੀਵੜੇ ਬਣ ਕੇ ਬਾਬਾ ਸਾਹਿਬ ਅੰਬੇਡਕਰ ਦੇ ਅੰਦੋਲਨ ਨੂੰ ਜਿਹੜਾ ਹੋ ਕੇ ਚਲਾਉਣਾ ਜਾਣਦੇ ਨੇ ਔਰ ਚੱਲਦਾ ਰਹੂਗਾ ਮਿਸ਼ਨ। ਤੋਂ ਇਸ ਕਰਕੇ ਸਾਥੀਓ, ਬਾਬਾ ਸਾਹਿਬ ਅੰਬੇਡਕਰ ਦਾ ਮਹਾਂਪੁਰਸ਼ਾਂ ਦਾ ਜਨਮ ਦਿਨ ਮਨਾਉਣਾ ਤਾਂ ਹੀ ਸਾਰਥਕ ਆ ਜੇ ਅਸੀਂ ਏਕੇ ਦਾ ਬਿਗਲ ਵਜਾਈਏ, ਇਕੱਠੇ ਹੋਈਏ ਔਰ ਆਪਣੇ ਹੱਕਾਂ ਅਧਿਕਾਰਾਂ ਦੇ ਲਈ ਆਪਣੀ ਜਿਹੜੀ ਲੜਾਈ ਆ ਉਹ ਲੜੀਏ ਔਰ ਇੱਕ ਝੰਡੇ ਔਰ ਇੱਕ ਡੰਡੇ ਥੱਲੇ ਇਕੱਠੇ ਹੋ ਕੇ ਆਪਣਾ ਸੰਘਰਸ਼ ਵਿੱਢੀਏ। ਧੰਨਵਾਦ। ਜੈ ਭੀਮ, ਜੈ ਭਾਰਤ, ਨਮੋ ਬੁੱਧਾਏ। ਬੋਲਦਿਆਂ ਮੈਂ ਕੋਈ ਗੱਲ ਵੱਧ ਘੱਟ ਕਹਿ ਗਿਆ ਹੋਵਾਂ ਤੇ ਉਸ ਗੱਲ ਦੀ ਮੈਂ ਮਾਫੀ ਚਾਹੁੰਦਾ। ਜੈ ਭੀਮ, ਜੈ ਭਾਰਤ। ਧੰਨਵਾਦ ਜੀ। ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਸੀ, ਉਹਨਾਂ ਦੇ ਮੁੱਖ ਬੁਲਾਰੇ ਸਾਡੇ ਬੋਲ ਚੁੱਕੇ ਨੇ। ਮੇਰੀ ਬੇਨਤੀ ਸਿਰਫ 10 ਮਿੰਟ ਤੁਸੀਂ ਸਾਨੂੰ ਹੋਰ ਦੇ ਦਿਓ, ਇਵੇਂ ਹੀ ਸ਼ਾਂਤੀ ਬਣਾਈ ਰੱਖਾਂ, ਇਵੇਂ ਸਿਰਫ